कथा दी सेवावां मेरे अजीज भाई दलजीत सिंह जी मुक्तसर साहब वाले निभा रहे हैं। टिक के कथा दा आनंद माणो। वाहिगुरु जी का खालसा, वाहिगुरु जी की फतेह। वाहिगुरु। सतनाम वाहेगुरु साहिब जीओ। तुद आगे अरदास हमारी, जियो पिंड सब तेरा, कहो नानक सब तेरी वड्याई। कोई नाओ ना जाने मेरा, हर बेअंत हौं मित कर वरना, क्या जाना होए कैसो रे। करों बेनती सतगुर अपने, मैं मूर्ख देहो उपदेसो रे। करों बेनती सतगुर अपने, मैं मूर्ख
ਦੇਹੋ ਉਪਦੇਸੋ ਰੇ। ਪਰਮ ਸਨਮਾਨਯੋਗ ਜਗਤ ਜਲੰਦੇ ਦੇ ਮਾਲਕ ਹਲਤ ਪਲਤ ਦੇ ਰੱਖਿਅਕ ਭਗਤ ਵਤਸਲ ਗਰੀਬ ਨਵਾਜ ਪਤਿਤ ਪਾਵਨ ਬਖਸ਼ੰਦ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਪਾਕ ਪਵਿੱਤਰ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੇਰੇ ਤੁਹਾਡੇ ਸਭਨਾਂ ਤੇ ਤਰਸ ਕਰਕੇ ਆਪਣੇ ਦਰ ਘਰ ਦੀ ਸੇਵਾ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਆਪਾਂ ਸਾਰੇ ਹੀ ਗੁਰੂ ਚਰਨਾਂ ਵਿੱਚ ਸਤਿਗੁਰੂ ਜੀ ਦੇ ਗੁਣ ਗਾਇਨ ਕਰਨ ਵਾਸਤੇ ਪਾਤਸ਼ਾਹ ਜੀ ਦੀ ਸਿਫਤ ਵਡਿਆਈ ਕਰਨ ਵਾਸਤੇ ਮਿਲ ਜੁਟ ਬੈਠ ਇਕੱਤਰ ਹੋਏ ਹਾਂ। ਸੰਗਤ ਵਿੱਚ ਆਉਣ ਦਾ ਮਹਾਰਾਜ ਜੀ ਨੇ ਇੱਕ ਬੜਾ ਬਰੀਕ ਕਾਰਨ ਲਿਖਿਆ ਹੈ। ਕਾਰਨ ਇਹ ਕਿ ਜਿਨ੍ਹਾਂ ਦੇ ਅੰਦਰ ਇਹ ਇਸ਼ਕ ਪੈਦਾ ਹੁੰਦਾ, ਚਾਹਨਾ ਪੈਦਾ ਹੁੰਦੀ, ਜਿਨ੍ਹਾਂ ਅੰਦਰ ਇਹ ਤੜਪ ਪੈਦਾ ਹੁੰਦੀ ਕਿ ਅਸੀਂ ਉਸ ਪਰਮਾਤਮਾ ਨੂੰ ਪਾਉਣਾ ਆ, ਅਸੀਂ ਉਸ ਪਰਮਾਤਮਾ ਨੂੰ ਪਾਉਣਾ ਆ, ਕਿਤੇ ਨਾ ਕਿਤੇ ਰਾਹੇ ਬਗਾਏ ਉਹ ਇਸ ਰਾਹ ਦੇ ਰਾਹੀਗੀਰ ਬਣਦੇ ਨੇ। ਆਪਾਂ ਸਾਰੇ ਹੀ ਵੱਡਿਆਂ ਭਾਗਾਂ ਸਦਕਾ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਏ ਹਾਂ। ਗਿਆਨੀ ਹਰਨਾਮ ਸਿੰਘ ਜੀ ਨੇ ਬੜੇ ਅਦਬ ਪਿਆਰ ਸਤਿਕਾਰ ਨਾਲ ਮਹਾਰਾਜ ਜੀ ਦੇ ਬਚਨ ਸਾਂਝੇ ਕੀਤੇ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ ਦੇ 5ਵੇਂ ਸ਼ਲੋਕ ਦੇ ਵਿੱਚ ਅਸ਼ਟਪਦੀ ਦੇ ਆਖਰੀ ਬੰਦ ਵਿੱਚ ਜੋ ਰਹਿਮਤਾਂ ਬਖਸ਼ਿਸ਼ਾਂ ਦਾ ਮੀਂਹ ਵਰਤਾ ਰਹੇ, ਬੜੇ ਅਦਬ ਪਿਆਰ ਸਤਿਕਾਰ ਦੇ ਨਾਲ ਸਾਂਝਾ ਕਰਨ ਤੋਂ ਪਹਿਲਾਂ, ਵਿਚਾਰਨ ਤੋਂ ਪਹਿਲਾਂ ਅਦਬ ਪਿਆਰ ਸਤਿਕਾਰ ਸਹਿਤ ਗੁਰੂ ਫਤਿਹ ਦੀ ਸਾਂਝ ਪਾਈਏ। ਆਪ ਸਿੱਖ ਸੰਗਤਾਂ ਉਹਨਾਂ ਚਾਹੁੰਦੇ ਹੋ ਜਿਨ੍ਹਾਂ ਨੂੰ ਮਹਾਰਾਜ ਨੇ ਆਵਾਜ਼ ਦਿੱਤੀ ਕਿ ਸਾਡਾ ਤੁਹਾਨੂੰ ਮਿਲਣ ਨੂੰ ਜੀ ਕਰਦਾ ਆ। ਤੁਸੀਂ ਬਹੁਤ ਵੱਡੇ ਹੋ, ਇਸ ਗਰੀਬ ਲਈ ਦੁਆ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਤਰਸ ਕਰਕੇ ਆਪਣੇ ਦਰ ਘਰ ਦੀ ਸਿਫਤ ਵਡਿਆਈ ਕਰਵਾ ਲੈਣ। ਹਿਰਦੇ ਦੀਆਂ ਗਹਿਰਾਈਆਂ ਵਿੱਚੋਂ ਅਸੀਸ ਬਖਸ਼ੋ, ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਨੇ ਇਸ ਸੰਸਾਰ ਨੂੰ ਸਿਰਜਿਆ। ਉਹਨੇ ਇੱਕ ਖੇਡ ਬੜੀ ਸੋਹਣੀ ਰਚ ਦਿੱਤੀ। ਮਨੁੱਖ ਨੂੰ ਇਕੱਲੇ ਨੂੰ ਪੈਦਾ ਨਹੀਂ ਕੀਤਾ, ਇਕੱਲੇ ਨੂੰ ਪੈਦਾ ਨਹੀਂ ਕੀਤਾ। ਇਹਦੇ ਆਲੇ ਦੁਆਲੇ ਇੱਕ ਬੜਾ ਸੋਹਣਾ ਮਾਹੌਲ ਬਣਾ ਕੇ ਇਹਨੂੰ ਇਸ ਕਾਇਨਾਤ ਵਿੱਚ ਭੇਜਿਆ ਗਿਆ।
ਭੇਜਣ ਦਾ ਇਸ ਮਾਹੌਲ ਦੇ ਵਿੱਚ ਇੱਕ ਬੜਾ ਪ੍ਰਤੱਖ ਜਿਹਾ ਕਾਰਨ ਸਮਝ ਆਇਆ। ਉਹ ਇਹ, ਮਹਾਰਾਜ ਜੀ ਕਹਿੰਦੇ ਅਸੀਂ ਤੇਰੇ ਸਾਹਮਣੇ ਇਹ ਬੜਾ ਸੋਹਣਾ ਗਰਾਊਂਡ ਰੱਖ ਦਿੱਤਾ, ਮੈਦਾਨ ਰੱਖ ਦਿੱਤਾ, ਬਾਜੀ ਜਿੱਤ ਤੇ ਸਾਡੇ ਕੋਲ ਆ। ਹੁਣ ਬਾਜੀ ਜਿੱਤਣ ਵਾਸਤੇ ਤੇ ਬਾਜੀ ਨੂੰ ਖੇਡਣ ਵਾਸਤੇ ਬਹੁਤ ਚੀਜ਼ਾਂ ਦੀ ਲੋੜ ਹੁੰਦੀ। ਪਰਮਾਤਮਾ ਨੇ ਕਿਹਾ ਤੈਨੂੰ ਜਿੱਤਣ ਵਾਸਤੇ ਵੀ ਕੁਝ ਨਹੀਂ ਚਾਹੀਦਾ, ਤੈਨੂੰ ਖੇਡਣ ਵਾਸਤੇ ਵੀ ਕੁਝ ਨਹੀਂ ਚਾਹੀਦਾ। ਹਾਂ, ਇਹ ਗਰਾਊਂਡ ਸਿੱਧਾ ਪੱਧਰਾ ਨਹੀਂਗਾ। ਉੱਥੇ ਫਿਰ ਪਰਮਾਤਮਾ ਨੇ ਇੱਕ ਬਿੱਧ ਸਿਰਜੀ, ਪਰਮਾਤਮਾ ਨੇ ਆਪਣਾ ਰੰਗ ਵਰਤਾਇਆ। ਇੱਕ ਇਸ਼ਾਰਾ ਕਰ ਦੇਵਾਂ, ਮਹਾਰਾਜ ਨੇ ਬਾਣੀ ਦੇ ਵਿੱਚ ਉਹ ਗੱਲ ਉਸ ਪੱਖ ਨਾਲ ਰੱਖੀ ਜਿਸ ਕਿਸੇ ਪਿਆਰੇ ਨੂੰ ਸਮਝ ਆ ਜਾਏ। ਮਹਾਰਾਜ ਤਰਸ ਕਰੇ ਮੈਂ ਸਮਝਾ ਸਕਾਂ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸਤਵੇਂ ਸਾਂਝ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਾਂ ਨਾਸ, ਨਾਵੇਂ ਧੌਲੇ ਉੱਬੇ ਸਾਹ, ਦਸਵਾਂ ਦੱਦਾ ਹੋਆ ਸਵਾ। ਆ ਇਹਦੇ ਸਾਹਮਣੇ ਮੈਦਾਨ ਦੇ ਵਿੱਚ ਰੱਖਿਆ ਗਿਆ, ਇੰਨਾ ਕੁਝ ਹੈ ਤੇਰੇ ਲਈ। ਤੇ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਇੱਕ ਥਾਂ ਤੇ ਪ੍ਰਤੱਖ ਲਿਖਿਆ। ਮਹਾਰਾਜ ਜੀ ਕਹਿੰਦੇ ਸਾਡਾ ਤੇਰੇ ਨਾਲ ਵਾਅਦਾ ਰਿਹਾ, ਤੂੰ ਸੰਸਾਰ ਵਿੱਚ ਜੋ ਕੁਝ ਵਰਤਣਾ ਚਾਹੁੰਦਾ ਆ ਤੇਰੇ ਲਈ ਅਸੀਂ ਪਹਿਲਾਂ ਹੀ ਰੱਖ ਦਿੱਤਾ। ਪਹਿਲੋਂ ਦੇਤਾ ਰਿਜ਼ਕ ਉਪਾਹ, ਪਿੱਛੋਂ ਦੇਤਾ ਜੰਤੂ ਉਪਾਹ। ਮਹਾਰਾਜ ਕਹਿੰਦੇ ਰਿਜ਼ਕ ਤੇਰਾ ਪਹਿਲਾਂ ਰੱਖਿਆ ਆ, ਤੈਨੂੰ ਬਾਅਦ ਚ ਭੇਜਿਆ ਆ। ਇੱਥੋਂ ਤੱਕ ਭਗਤ ਰਵਿਦਾਸ ਜੀ ਬਚਨ ਕਰਦੇ, ਉਹ ਕਹਿੰਦੇ ਜਿਨ ਜਿਉ ਦਿਆ ਸੋ ਰਿਜ਼ਕ ਅਮਰਾਵੈ, ਸਭ ਘਟ ਭੀਤਰ ਹਾਟ ਚਲਾਵੇ। ਕਹਿੰਦੇ ਥੋੜਾ ਨਹੀਂ ਦਿੱਤਾ, ਬਹੁਤ ਖੁੱਲਾ ਭੰਡਾਰਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਇਸ਼ਾਰਾ ਕਰਦੇ ਇੱਕ ਥਾਂ ਤੇ, ਮਹਾਰਾਜ ਜੀ ਕਹਿੰਦੇ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਪਰਮਾਤਮਾ ਨੇ ਜੋ ਕੁਝ ਪੈਦਾ ਤੇਰੇ ਲਈ ਕੀਤਾ ਆ, ਉਹਨੇ ਆਪ ਤੇ ਵਰਤਣਾ ਹੀ ਨਹੀਂਗਾ। ਉਹ ਤੇਰੇ ਤੋਂ ਕੁਝ ਨਹੀਂ ਪਾਲਦਾ ਕਿ ਤੂੰ ਸਾਨੂੰ ਪੈਸਾ ਦੇ, ਫਲਾਣਾ ਕੁਝ ਦੇ। ਕਹਿੰਦੇ ਸਾਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ, ਪਰ ਬੰਦੇ ਦੀ ਇੱਕ ਫਿਦਰਤ ਆ। ਜਿੱਥੋਂ ਇਹ ਸ਼ਲੋਕ, ਇਹ ਮਹਾਰਾਜ ਜੀ ਦੇ ਬਚਨ ਸ਼ੁਰੂ ਹੋਏ ਇਸ ਅਸ਼ਟਪਦੀ ਦੇ, ਪਰ ਬੰਦੇ ਦਾ ਇੱਕ ਰੱਬ ਨੇ ਸੁਭਾਅ ਬਣਾਇਆ ਆ। ਮਹਾਰਾਜ ਦੱਸਦੇ ਕਹਿੰਦੇ ਦੇਨਹਾਰ ਪ੍ਰਭ ਛੋੜ ਕੇ ਲੱਗ ਹੈ ਆਣ ਸਵਾਏ, ਨਾਨਕ ਕਹੂ ਨਾ ਸੀਜਈ ਬਿਨ ਨਾਵੇ ਪਤ ਜਾਏ। ਜਿੱਥੋਂ ਤੱਕ ਮਹਾਰਾਜ ਨੇ ਮੈਨੂੰ ਮੱਤ ਦਿੱਤੀ, ਮਹਾਰਾਜ ਜੀ ਨੇ ਦੱਸਿਆ ਪਹਿਲੇ 7 ਬੰਦਾਂ ਦੇ ਵਿੱਚ ਮਹਾਰਾਜ ਜੀ ਨੇ ਉਸ 1.5 ਪੰਕਤੀ ਦੀ ਵਿਚਾਰ ਕੀਤੀ। ਦੇਨਹਾਰ ਪ੍ਰਭ ਛੋੜ ਕੇ ਲੱਗ ਹੈ ਆਣ ਸਵਾਏ, ਨਾਨਕ ਕਹੂ ਨਾ ਸੀਜਈ। ਆ ਕਹੂ ਨਾ ਸੀਜਈ ਤੱਕ ਦੀ ਜਿਹੜੀ ਵਿਚਾਰ ਹੈ ਉਹ ਮਹਾਰਾਜ ਜੀ ਨੇ ਪਹਿਲੇ 7 ਬੰਦਾਂ ਵਿੱਚ ਰੱਖ ਦਿੱਤੀ। ਬਿਨ ਨਾਵੇਂ ਪਤ ਜਾਏ ਦੀ ਗੱਲ ਮਹਾਰਾਜ ਅੱਜ ਕਰਨ ਲੱਗੇ ਨੇ। ਸੰਸਾਰ ਦੇ ਵਿੱਚ ਬਹੁਤ ਦੁਨੀਆ ਨੂੰ ਪਤਾ ਕਿ ਨਾਮ ਜਪਣਾ ਚਾਹੀਦਾ ਹੈ। ਆਪਣੇ ਆਪਣੇ ਅੰਦਰਾਂ 'ਚ ਆਪਾਂ ਮੈਂ ਤੁਸੀਂ ਸਾਰੇ ਝਾਤ ਮਾਰੀਏ, ਕਿੰਨੇ ਕੁ ਨੇ ਜਿਹੜੇ ਪ੍ਰੇਮ ਤੇ ਨੇਮ ਨਾਲ ਜਪਦੇ ਨੇ, ਕਿੰਨੇ ਕੁ ਨੇ ਜਿਹੜੇ ਪ੍ਰੇਮ ਤੇ ਨੇਮ ਨਾਲ ਜਪਦੇ ਨੇ। ਨੇਮ ਬਣ ਗਿਆ ਪ੍ਰੇਮ ਹੀ ਬਣ ਜਾਏਗਾ, ਜੇ ਨੇਮ ਹੀ ਨਹੀਂ ਬਣਿਆ ਪ੍ਰੇਮ ਦੀ ਤੇ ਗੱਲ ਬਹੁਤ ਦੂਰ ਦੀ ਹੁੰਦੀ ਹੈ। ਇੱਕ ਦਿਸਦੀ ਚੀਜ਼, ਪ੍ਰਤੱਖ ਚੀਜ਼ ਨਹੀਂ ਬਣ ਸਕੀ, ਅਣਦਿਸਦੀ ਚੀਜ਼ ਦਾ ਤਾਂ ਕੋਈ ਕਿਆਸ ਹੀ ਨਹੀਂ ਲਾਇਆ ਜਾ ਸਕਦਾ, ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ। ਮਹਾਰਾਜ ਜੀ ਅੱਜ ਬੜੇ ਪ੍ਰੇਮ ਨਾਲ ਸਮਝਾਉਂਦੇ। ਮਹਾਰਾਜ ਜੀ ਕਹਿੰਦੇ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ। ਕਹਿੰਦੇ ਅਸੀਂ ਮਹਾਰਾਜ ਅੱਗੇ ਬੇਨਤੀ ਕਰਦੇ ਹਾਂ, ਪਰ ਸਾਨੂੰ ਇੱਕ ਗੱਲ ਪਤਾ ਆ ਕਿ ਜੋ ਅਸੀਂ ਕਹਿਣਾ ਚਾਹੁੰਦੇ ਆ ਉਹ ਉਹਨਾਂ ਨੂੰ ਪਤਾ ਆ। ਜੋ ਅਸੀਂ ਕਹਿਣਾ ਚਾਹੁੰਦੇ ਆ ਉਹ ਉਹਨਾਂ ਨੂੰ ਪਹਿਲਾਂ ਹੀ ਪਤਾ ਆ। ਫਿਰ ਇਹਦਾ ਮਤਲਬ ਬੇਨਤੀ ਕਰਨੀ ਕਿਉਂ ਹੈ? ਇਸ ਰਮਜ ਨੂੰ ਖੋਲਿਆ ਭਾਈ ਗੁਰਦਾਸ ਜੀ ਨੇ। ਬਚਨ ਆਪਾਂ ਸਭ ਤੋਂ ਵੱਧ ਬੜਾ ਪਿਆਰ ਨਾਲ ਪੜ੍ਹਦੇ ਹਾਂ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ।
ਸਤਿਗੁਰੂ ਨੂੰ ਪਤਾ ਹੈ ਮੇਰਾ ਸਿੱਖ ਮੇਰੇ ਕੋਲ ਕੀ ਲੈਣ ਆਇਆ ਆ, ਪਰ ਮਹਾਰਾਜ ਫਿਰ ਵੀ ਕਹਿੰਦੇ ਦੱਸ ਅਸਾਂ ਸਾਨੂੰ ਕੀ ਦਈਏ, ਅਸੀਂ ਤੁਹਾਡੀ ਕਿਸ ਤਰੀਕੇ ਨਾਲ ਝੋਲੀ ਭਰ ਸਕਦੇ ਆ। ਸਤਿਗੁਰੂ ਨੂੰ ਪਤਾ ਹੈ ਸਿੱਖ ਦੀ ਜ਼ਿੰਦਗੀ ਕਿਸ ਤਰੀਕੇ ਨਾਲ ਚੱਲਦੀ ਪਈ ਹੈ। ਆਪ ਹੀ ਇਸ਼ਾਰਾ ਕੀਤਾ ਮਹਾਰਾਜ ਨੇ, ਕਹਿੰਦੇ ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਆਪ ਹੀ ਇਸ਼ਾਰਾ ਕੀਤਾ, ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਬਿਗਨ ਨਾ ਕੋਊ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ। ਤੇ ਆਪ ਹੀ ਰਮਜ ਜੀ ਪਾ ਕੇ ਕਹਿੰਦੇ ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਆ ਜਿਹੜੀ ਭੇਦ ਦੀ ਗੱਲ ਹੈ ਉਹ ਮਹਾਰਾਜ ਜੀ ਨੇ ਅੱਜ ਰੱਖੀ। ਮਹਾਰਾਜ ਜੀ ਕਹਿੰਦੇ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ। ਮੈਨੂੰ ਇਹ ਗੱਲ ਪਤਾ ਵੀ ਜੋ ਮੈਂ ਮਹਾਰਾਜ ਨੂੰ ਕਹਿਣਾ ਚਾਹੁੰਦਾ ਆ ਉਹ ਮਹਾਰਾਜ ਜੀ ਜਾਣਦੇ ਨੇ। ਹੁਣ ਸਵਾਲ ਇਹ ਪਤਾ ਕਿਹਨਾਂ ਨੂੰ ਹੈ? ਇੱਥੇ ਧਾਰਮਿਕ ਸਥਾਨਾਂ ਦੇ ਵਿੱਚ ਹਰ ਧਰਮ ਵਿੱਚ, ਹਿੰਦੂਆਂ ਵਿੱਚ, ਸਿੱਖਾਂ ਵਿੱਚ, ਮੁਸਲਮਾਨਾਂ ਵਿੱਚ, ਈਸਾਈਆਂ ਵਿੱਚ, ਮੈਂ ਗੁਰਦੁਆਰੇ ਨਾਲ ਜੁੜਿਆ ਤੇ ਮੈਨੂੰ ਗੁਰਦੁਆਰੇ ਦਾ ਪਤਾ ਹੈ। ਇੱਥੇ ਤੇ ਕਿਤੇ ਗ੍ਰੰਥੀ ਸਿੰਘ ਤੋਂ ਨਾਮ ਗਲਤ ਬੋਲਿਆ ਜਾਏ ਨਾ ਤੇ ਲੋਕ ਬਖੇੜਾ ਪਾ ਲੈਂਦੇ ਨੇ ਵੀ ਨਾਮ ਤੁਹਾਨੂੰ ਆਹ ਲਿਖਾਇਆ ਸੀ, ਤੁਸੀਂ ਬੋਲ ਆਹ ਦਿੱਤਾ। ਹੁਣ ਤੁਸੀਂ ਇਕੱਲੇ ਬੈਠ ਕੇ ਸੋਚਿਆ ਜੇ ਇਹਨਾਂ ਬੰਦਿਆਂ ਨੂੰ ਕਿੰਨਾ ਕੁ ਭਰੋਸਾ ਹੋਊਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਤੱਖ ਰੂਪ ਦੇ ਵਿੱਚ, ਕਿੰਨਾ ਕੁ ਯਕੀਨ ਕਰਦੇ ਹੋਣਗੇ ਲੋਕ। ਮੰਨ ਲਿਆ ਗ੍ਰੰਥੀ ਮੈਂ ਗਲਤ ਹੈ, ਮੈਂ ਅਰਦਾਸ ਕਰ ਰਿਹਾ ਵੀ ਮੇਰੇ ਤੋਂ ਗਲਤੀ ਹੋ ਗਈ, ਨਾਮ ਬਲਵਿੰਦਰ ਸਿੰਘ ਸੀ, ਪੜ੍ਹ ਪਲਵਿੰਦਰ ਸਿੰਘ ਦਿੱਤਾ, ਮੇਰੇ ਤੋਂ ਗਲਤੀ ਹੋ ਗਈ। ਉਹ ਭਲਿਆ ਮੈਂ ਤੇ ਅਣਜਾਣ ਹੋ ਸਕਦਾ, ਜਿੰਨੇ ਸੁਣਨੀ ਹੈ ਉਹ ਤੇ ਅਣਜਾਣ ਨਹੀਂ ਨਾ, ਉਹ ਤੇ ਨਿਆਣਾ ਨਹੀਂ ਨਾ। ਅਸਲ ਵਿੱਚ ਇਹ ਗੱਲ ਕਦੋਂ ਸਮਝ ਆਉਂਦੀ ਹੈ? ਆਹ ਗੱਲ ਕਦੋਂ ਸਮਝ ਆਉਂਦੀ ਹੈ? ਇਹ ਗੱਲ ਨਿਕਲਦੀ ਹੈ ਸਿੱਖ ਦੇ ਨੇਮ ਤੇ ਪ੍ਰੇਮ ਦੇ ਵਿੱਚੋਂ। ਇਹ ਚੀਜ਼ ਨਿਕਲਦੀ ਹੈ ਸਿੱਖ ਦੀ ਇਬਾਦਤ ਵਿੱਚੋਂ, ਸਿੱਖ ਦੀ ਬੰਦਗੀ ਦੇ ਵਿੱਚੋਂ। ਇਸੇ ਲਈ ਪਾਤਸ਼ਾਹ ਜੀ ਨੇ ਇੱਕ ਬੜੇ ਪਿਆਰ ਨਾਲ ਗੱਲ ਸਮਝਾਈ ਸੀ। ਮਹਾਰਾਜ ਜੀ ਕਹਿੰਦੇ ਸਾਡੀ ਇੱਕ ਗੱਲ ਪੁੱਤ ਯਾਦ ਰੱਖੀ, ਅਸੀਂ ਤੈਨੂੰ ਬੜੇ ਪਿਆਰ ਨਾਲ ਦੱਸਦੇ ਹਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਮਹਾਰਾਜ ਜੀ ਕਹਿੰਦੇ ਪਹਿਲਾਂ ਇਬਾਦਤ ਕਰ, ਬੰਦਗੀ ਕਰ, ਸੁੱਖਾਂ ਦੀ ਪਰਵਾਹ ਨਾ ਕਰੀ, ਉਹ ਅਸੀਂ ਤੇਰੇ ਲਈ ਰੱਖੇ ਨੇ, ਹੋਰ ਅਸੀਂ ਕਿਹਨੂੰ ਦੇਣੇ ਆ। ਇਸੇ ਲਈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਇੱਕ ਥਾਂ ਤੇ ਬੜਾ ਪਿਆਰ ਨਾਲ ਕਿਹਾ, ਮਹਾਰਾਜ ਜੀ ਕਹਿੰਦੇ ਜੇ ਤੂੰ ਸਾਡੇ ਬਾਰੇ ਪੁੱਛਦਾ ਆ ਅਸੀਂ ਤੈਨੂੰ ਆਪਣੇ ਬਾਰੇ ਦੱਸਦੇ ਹਾਂ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਪਰ ਸਾਡੀ ਇੱਕ ਗੱਲ ਯਾਦ ਰੱਖੀ, ਜਿਨ ਸੇਵਿਆ ਤਿਨ ਪਾਇਆ ਮਾਣ। ਜਿਹੜੇ ਸੇਵ ਨਹੀਂ ਸਕਦੇ ਉਹਨਾਂ ਨੂੰ ਮਾਣ ਵੀ ਕੋਈ ਨਹੀਂ ਮਿਲਦਾ। ਮਹਾਰਾਜ ਜੀ ਕਹਿੰਦੇ ਸਾਡੀ ਇਹ ਗੱਲ ਯਾਦ ਰੱਖੀ, ਤੈਨੂੰ ਪਹਿਲਾਂ ਇਹ ਗੱਲ ਸਮਝ ਆਊ ਕਿ ਸੇਵਾ ਕਿਉਂ ਕਰਨੀ ਹੈ, ਪਹਿਲਾਂ ਇਹ ਗੱਲ ਸਮਝ ਆਊ ਬਾਣੀ ਕਿਉਂ ਪੜ੍ਹਨੀ ਹੈ, ਤੈਨੂੰ ਪਹਿਲਾਂ ਇਹ ਗੱਲ ਸਮਝ ਆਏਗੀ ਕਿ ਆਹ ਸਾਰਾ ਕੁਝ ਮੈਂ ਧਰਮ ਦੇ ਨਾਮ ਉੱਪਰ ਮੈਂ ਕਿਉਂ ਕਰ ਰਿਹਾ ਹਾਂ। ਮੇਰਾ ਮੰਨਣਾ ਇਹ ਹੈ ਦੁਨੀਆ ਦੇ ਵਿੱਚ ਧਰਮ ਦੇ ਨਾਮ ਉੱਪਰ ਕਿਤੇ ਵੀ ਪਖੰਡ ਨਹੀਂ ਹੈ, ਬਸ ਘੱਟ ਸਮਝਿਆ। ਪਖੰਡ ਨਹੀਂ ਹੈ ਜਿਹੜਾ ਲੋਕਾਂ ਵੱਲੋਂ ਕੀਤਾ ਜਾਂਦਾ ਹੈ। ਹਾਂ, ਮੁਖੀਆਂ ਵੱਲੋਂ ਜੋ ਕੀਤਾ ਜਾਂਦਾ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ, ਜਾਂ ਇਹ ਕਹਿ ਲਈ ਵੀ ਕਿਸ ਬੰਦੇ ਦੇ ਦਿਲ ਵਿੱਚ ਕਿੰਨਾ ਪਾਪ ਆ ਇਹ ਆਪਾਂ ਨਹੀਂ ਜਾਣਦੇ ਤੇ ਮਹਾਰਾਜ ਜਾਣਨ। ਅੱਜ ਪਾਤਸ਼ਾਹ ਜੀ ਇੱਕ ਬੜੀ ਸੋਹਣੀ ਗੱਲ ਸਮਝਾਉਂਦੇ। ਮਹਾਰਾਜ ਜੀ ਕਹਿੰਦੇ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦਾ ਇੱਕ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ। ਮਹਾਰਾਜ ਜੀ ਕਹਿੰਦੇ ਸਾਡੇ ਤੇ ਪਾਤਸ਼ਾਹ ਦੁੱਖ ਆਇਆ, ਸਾਡੇ ਤੇ ਸੁੱਖ ਆਇਆ, ਸਾਨੂੰ ਇੱਕ ਗੱਲ ਸਮਝ ਵਿੱਚ ਆ ਗਈ, ਅਸੀਂ ਤੁਹਾਡੇ ਤੋਂ ਬਿਨਾਂ ਤੇ ਦੁੱਖ ਕਿਸੇ ਨੂੰ ਦੱਸ ਵੀ ਨਹੀਂ ਸਕਦੇ। ਅਸੀਂ ਕਿਸ ਤਕਲੀਫ ਵਿੱਚ ਹਾਂ ਇਹ ਅਸੀਂ ਦੁਨੀਆ ਨੂੰ ਨਹੀਂ ਸਮਝਾ ਸਕਦੇ ਕਿ ਮੇਰੇ ਤੇ ਆਹ ਦੁੱਖ ਪਿਆ, ਮੇਰੇ ਤੇ ਆਹ ਵਿਪਤਾ ਪਈ। ਦੁਨੀਆ ਦਾ ਹੁਣ ਲੋਕਾਂ ਨੂੰ ਪ੍ਰਤੱਖ ਹੋਣਾ ਸ਼ੁਰੂ ਹੋਇਆ ਆ। ਬੰਦਾ ਗਟਰ 'ਚ ਡਿੱਗਿਆ ਪਿਆ ਹੁੰਦਾ ਆ, ਅਗਲੇ ਫੋਨ ਕੱਢ ਕੇ ਵੀਡੀਓ ਬਣਾਉਣ ਲੱਗ ਪੈਂਦੇ ਨੇ, ਕੋਈ ਬਾਂਹ ਨਹੀਂ ਫੜਦਾ। ਬੰਦਾ ਐਕਸੀਡੈਂਟ ਨਾਲ ਸੜਕ ਤੇ ਪਿਆ ਹੁੰਦਾ ਆ, ਅਗਲੇ ਫੇਸਬੁੱਕ ਤੇ ਲਾਈਵ ਹੋਏ ਬੈਠੇ ਹੁੰਦੇ ਨੇ। ਹੁਣ ਲੋਕਾਂ ਨੂੰ ਸਮਝ ਆਉਣ ਲੱਗੀ। ਮਹਾਰਾਜ ਜੀ ਕਹਿੰਦੇ ਸਨ ਸੁਖ ਮੈਂ ਆਣ ਬਹੁਤ ਮਿਲ ਬੈਠਤ, ਦੁੱਖ ਮੈਂ ਸੰਗ ਨਾ ਕੋਈ। ਹੁਣ ਲੋਕਾਂ ਨੂੰ ਸਹਿਜੇ 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 ਪਕੜ ਪੈਣ ਲੱਗੀ। ਹੁਣ ਮਾੜੀ ਜੀ ਥੋੜੀ ਜੀ ਲੋਕਾਂ ਨੂੰ ਗੱਲ ਸਮਝ ਆਉਣ ਲੱਗੀ। ਮਹਾਰਾਜ ਨੇ ਪ੍ਰਤੱਖ ਹੀ ਕਰ ਦਿੱਤਾ। ਮਹਾਰਾਜ ਕਹਿੰਦੇ ਜਾਓ ਅਸੀਂ ਤੁਹਾਡੇ ਨਾਲ ਇਹ ਸਾਹਮਣੇ ਵਰਤਾਵਾਂਗੇ।
ਉਹ ਪਹਿਲਾਂ ਇੱਕ ਸ਼ਹਿਰ ਖਿੱਤੇ ਵਿੱਚ ਵਰਤਦੀ ਸੀ, ਨਾਲ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਸੀ, ਹੁਣ ਵਰਤੂਗੀ ਦਿੱਲੀ ਤੇ ਪਤਾ ਸਾਰੇ ਸੰਸਾਰ ਨੂੰ ਲੱਗੇਗਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਮਹਾਰਾਜ ਅਸੀਂ ਤੁਹਾਡੇ ਤੋਂ ਬਿਨਾਂ ਤੇ ਦੁੱਖ ਵੀ ਕਿਸੇ ਨੂੰ ਨਹੀਂ ਕਹਿ ਸਕਦੇ, ਕਿਉਂਕਿ ਜਿਸ ਮਾਨਕ ਪੈ ਉਹਨੂੰ ਗੰਠੜੀ ਸੋ ਦੁਖੀ ਭਰਿਆ। ਮਹਾਰਾਜ ਕਹਿੰਦੇ ਜਿੰਦੇ ਅੱਗੇ ਅਸੀਂ ਆਪਣੀ ਗੱਲ ਕਹਿਣਾ ਚਾਹੁੰਦੇ ਆ ਉਹ ਵਿਚਾਰਾ ਆਪਣੇ ਦੱਸਦਾ ਵੀ ਮੇਰੇ ਤੇ ਆ ਬਿਪਤਾ ਪਈ ਹੈ। ਉਹਦਾ ਇੱਕ ਕਾਰਨ ਜਿਹੜਾ ਬੜਾ ਬਰੀਕ ਆ ਉਹ ਇਹ ਹੈ ਕਿ ਦੇਨਹਾਰ ਪ੍ਰਭ ਛੋੜ ਕੇ ਲੱਗ ਹੈ ਆਣ ਸੋਏ। ਕੋਈ ਵੀ ਬੰਦਾ ਜਦ ਕਿਸੇ ਪਦਾਰਥ ਨਾਲ ਜੁੜੇਗਾ ਤੇ ਜਿੰਨੇ ਵੱਡੇ ਪਦਾਰਥ ਨਾਲ ਜੁੜੇਗਾ ਉਨੀ ਹੀ ਉਸ ਬੰਦੇ ਦੀ ਜਿਹੜੀ ਸੁਰਤੀ ਹੈ ਉਹ ਵਿਸ਼ਵਾਸ ਤੋਂ ਧਰਮ ਤੋਂ ਉੱਠਣੀ ਸ਼ੁਰੂ ਹੋ ਜਾਂਦੀ ਹੈ। ਇੱਕ ਆਮ ਨਾਰਮਲ ਬੰਦਾ ਹੁੰਦਾ ਆ, ਸਿੱਧਾ ਪੱਧਰਾ ਸੜਕਾਂ ਤੇ ਤੁਰਿਆ ਫਿਰਦਾ ਆ, ਰੱਬੀ ਸਬੱਬ MLA ਜਾਂ MP ਬਣਦਾ, ਵੀ ਗਾਰਡ ਰੱਖ ਲੈਂਦੇ ਕਿ ਨਹੀਂ ਰੱਖ ਲੈਂਦੇ। ਉਹਦਾ ਕਾਰਨ ਇਹਨਾਂ ਤਾਂ ਦੁਨੀਆ ਤੋਂ ਭਰੋਸਾ ਉੱਠ ਜਾਂਦਾ ਆ। ਇਹ ਬਰੀਕੀ ਹੈ। ਆਪਾਂ ਕਹਾਂਗੇ ਜੀ ਉਹਨਾਂ ਨੇ ਸੇਫਟੀ ਵਾਸਤੇ ਲੈ ਆ, ਇਹ ਇੱਕ ਹੋਰ ਗੱਲ ਆ, ਪਰ ਅੰਤਰਾਤਮੇ ਜਿਹੜਾ ਸੱਚ ਆ ਉਹ ਇਹ ਹੈ। ਜਿਹੜਾ ਉਹਨਾਂ ਦੇ ਅੰਦਰ ਡਰ ਬੈਠਾ ਹੁੰਦਾ ਉਹ ਇਹ ਵਾਲਾ ਆ, ਉਹਨਾਂ ਦੀ ਲੋਕਾਂ ਤੋਂ ਪ੍ਰਤੀਤ ਉੱਠਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਬਹੁਤੇ ਵੱਡੇ ਬੰਦੇ ਇੱਕ ਦੋ ਜਾਣਿਆਂ ਤੇ ਯਕੀਨ ਕਰਦੇ ਨੇ, ਸਾਰਿਆਂ ਤੇ ਯਕੀਨ ਨਹੀਂ ਕਰਦੇ। ਉਹ ਆਪਣੇ ਨੇੜਲੇ ਬੰਦਿਆਂ ਦੀ ਜ਼ਿਆਦਾ ਸੁਣਦੇ ਹੁੰਦੇ ਵੀ ਤੂੰ ਕੀ ਕਹਿਣਾ। ਉਹ ਫਿਰ ਨੇੜਲੇ ਬੰਦੇ ਕਈ ਵਾਰੀ ਕਿਸੇ ਦੀ ਜੜ 'ਚ ਬਹਿ ਜਾਂਦੇ ਆ। ਤੇ ਆਪਾਂ ਵੇਖਦੇ ਹਾਂ ਸੰਸਾਰ ਦੀ ਸਾਰੇ ਦੀ ਹਿਸਟਰੀ ਫਰੋਲ ਕੇ ਵੇਖ ਲਓ, ਕਿਸੇ ਦੇਸ਼ ਦੀ, ਕਿਸੇ ਪ੍ਰਦੇਸ਼ ਦੀ, ਕਿਸੇ ਧਰਮ ਦੀ ਫਰੋਲ ਕੇ ਵੇਖ ਲਓ, ਤੁਹਾਨੂੰ ਆਹ ਗੱਲ ਬਰਾਬਰ ਲੱਭੇਗੀ ਵੀ ਬਿਲਕੁਲ ਠੀਕ ਆ ਵੀ ਜਿਹੜੇ ਨੇੜੇ ਰਹਿਣ ਵਾਲੇ ਹੁੰਦੇ ਨੇ ਕਈ ਵਾਰੀ ਉਹ ਵੀ ਬਹੁਤਾ ਨੁਕਸਾਨ ਕਰ ਜਾਂਦੇ ਆ। ਤੇ ਮਹਾਰਾਜ ਜੀ ਕਹਿੰਦੇ ਅਸੀਂ ਕਿਸੇ ਨੂੰ ਕੀ ਕਹੀਏ। ਮਹਾਰਾਜ ਜੀ ਸਾਡਾ ਦੁੱਖ ਸੁੱਖ ਤੁਹਾਡੇ ਕੋਲ ਹੀ ਹੈ, ਤੁਹਾਡੇ ਤੋਂ ਬਿਨਾਂ ਤੇ ਅਸੀਂ ਕਿਸੇ ਨੂੰ ਦੱਸ ਵੀ ਨਹੀਂ ਸਕਦੇ। ਮਹਾਰਾਜ ਜੀ ਇੱਕ ਥਾਂ ਤੇ ਕਹਿੰਦੇ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧੇ ਆਗੇ ਅਰਦਾਸ, ਮੈਂ ਹੋਰ ਥਾਓ ਨਾਹੀ ਜਿਸ ਪਹਿ ਕਰੋ ਬੇਨੰਤੀ। ਮੈਂ ਕਿਹਨੂੰ ਕਹਿ ਲਵਾਂ ਕਿਉਂਕਿ ਉਹ ਤੇ ਮੇਰੇ ਦਿਲ ਦੀ ਜਾਣਦਾ ਹੀ ਨਹੀਂਗਾ। ਮਹਾਰਾਜ ਜੀ ਮੈਂ ਕਿਹਨੂੰ ਕਵਾਂ, ਮੈਂ ਸਿਰਫ ਤੁਹਾਨੂੰ ਕਹਿ ਸਕਦਾ ਆ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧੇ ਆਗੇ ਅਰਦਾਸ, ਮੈਂ ਹੋਰ ਥਾਓ ਨਾਹੀ। ਮਹਾਰਾਜ ਜੀ ਮੈਨੂੰ ਹੋਰ ਕੋਈ ਟਿਕਾਣਾ ਵੀ ਨਹੀਂ ਹੈ, ਮੈਂ ਹੋਰ ਥਾਓ ਨਾਹੀ ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਮਹਾਰਾਜ ਜੀ ਮੇਰੀਆਂ ਸਾਰੀਆਂ ਗੱਲਾਂ ਤਾਂ ਪਹਿਲਾਂ ਹੀ ਤੁਹਾਡੇ ਕੋਲ ਪਈਆਂ ਨੇ, ਮੈਂ ਤੁਹਾਨੂੰ ਕੀ ਦੱਸਾਂ ਵੀ ਮੇਰੇ ਤੇ ਆਹ ਬਿਪਤਾ ਪਈ ਹੈ। ਇਹ ਕਿਸੇ ਬਹੁਤ ਵਿਸ਼ਾਲ ਸਿੱਖ ਦੇ ਅੰਦਰ ਇਹ ਗੱਲ ਬੈਠਦੀ ਹੈ ਕਿ ਪਰਮਾਤਮਾ ਮੇਰੀ ਜਾਣਦਾ ਆ, ਪਰਮਾਤਮਾ ਮੇਰੀ ਜਾਣਦਾ ਆ, ਪਰਮਾਤਮਾ ਮੇਰੀ ਸੁਣਦਾ ਆ। ਆਪਾਂ ਜਿਸ ਸਥਾਨ ਤੇ ਬੈਠੇ ਆ ਇਸ ਦਰ ਨੂੰ 2 ਵਾਰੀ ਅਰਦਾਸਾਂ ਹੋਈਆਂ ਨੇ ਜਿਹੜੀਆਂ ਮੈਂ ਅਰਦਾਸਾਂ ਦਾ ਜ਼ਿਕਰ ਕਰਨ ਲੱਗਾ ਹਾਂ। ਇੱਕ ਅਰਦਾਸ ਬੜੀ ਬੇਤਰਤੀਬੀ ਹੈ, ਜਹਾਜ਼ ਦੇ ਵਿੱਚ ਖਲੋ ਕੇ ਬੇਤਰਤੀਬੀ, ਵੀ ਟਿਕਾ ਨਹੀਂ ਹੈ ਕੋਈ ਜਹਾਜ਼ ਦੇ ਵਿੱਚ, ਜਹਾਜ਼ ਡਾਵਾਂ ਡੋਲ ਹੈ, ਕੋਈ ਟਿਕਾ ਨਹੀਂ ਹੈ, ਤੂਫਾਨ ਆਇਆ ਆ, ਉੱਥੇ ਖੜ ਕੇ ਇੱਕ ਅਰਦਾਸ ਕੀਤੀ ਜਾਂਦੀ ਹੈ, ਡਾਵਾਂ ਡੋਲ ਹਾਲਾਤਾਂ ਦੇ ਵਿੱਚ ਕੀਤੀ ਜਾਂਦੀ ਹੈ। ਦੂਸਰੀ ਅਰਦਾਸ ਆਨੰਦਪੁਰ ਸਾਹਿਬ ਕੀਤੀ ਜਾਂਦੀ ਹੈ। ਦੋਨੋਂ ਅਰਦਾਸ ਕਰਨ ਵਾਲੇ ਤਾਕਤ ਨੂੰ ਤੇ ਜਾਣਦੇ ਨੇ, ਪ੍ਰਤੱਖ ਨੂੰ ਨਹੀਂ ਜਾਣਦੇ। ਉਹਨਾਂ ਨੂੰ ਇਹ ਪਤਾ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਜਿਹੜੇ ਗੱਦੀ ਨਸ਼ੀਨ ਨੇ ਇਹਨਾਂ ਦੇ ਬਰਾਬਰ ਇਸ ਦੁਨੀਆ ਦੇ ਵਿੱਚ ਕੋਈ ਵੀ ਨਹੀਂ, ਇਹਨਾਂ ਦੇ ਬਰਾਬਰ ਕੋਈ ਪੈਰ ਵੀ ਨਹੀਂ ਰੱਖ ਸਕਦਾ, ਇਹਨਾਂ ਦੇ ਬਰਾਬਰ ਕੋਈ ਹਾਂ 'ਚ ਹਾਂ ਵੀ ਨਹੀਂ ਮਿਲਾ ਸਕਦਾ। ਉਹ ਦੋਵੇਂ ਅਰਦਾਸਾਂ ਕਬੂਲ ਹੋਈਆਂ ਤੇ ਜਦੋਂ ਉਹ ਕਬੂਲ ਹੋਈਆਂ ਉਹਨਾਂ ਦੋਨਾਂ ਨੂੰ ਮਹਾਰਾਜ ਨੇ ਏਡਾ ਵੱਡਾ ਚੁੱਕ ਕੇ ਰੱਖ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਸਾਡਾ ਨਾਮ ਰਹੇਗਾ ਤੁਹਾਡੇ, ਤੁਸੀਂ ਸਾਡੇ ਨਾਲ ਨਾ ਰਹੋਗੇ, ਸਾਡੇ ਤੋਂ ਦੂਰ ਨਹੀਂ ਜਾਓਗੇ। ਉਹਨਾਂ ਨੂੰ ਪਤਾ ਸੀ ਦੁਆ ਕਰਨੀ ਹੈ, ਕਬੂਲ ਹੋ ਚੁੱਕੀ ਹੈ, ਜਿੱਥੇ ਮਰਜ਼ੀ ਖਲੋ ਕੇ ਕਰ ਦਿਓ। ਇੱਕ ਅਜੀਜ਼ ਨੇ ਬੜਾ ਪਿਆਰਾ ਸ਼ੇਰ ਲਿਖਿਆ ਆ, ਉਹ ਕਹਿੰਦਾ ਲੋਗੋਂ ਕੇ ਦਰ पे दस्तक देनी पड़ती है 100-100 बार, मेरे यार को एक ही सिजदा काफ़ी है वो भी दूर से। ਕਹਿੰਦੇ ਸੀ ਤੇ ਆਪਣੇ ਸੱਜਣ ਨੂੰ ਦੂਰੋਂ ਵੀ ਸਿਜਦਾ ਕਰ ਦਈਏ ਨਾ ਤੇ ਉਹ ਸਾਡੇ ਅੰਦਰ ਦੀ ਜਾਣਦਾ ਅਸੀਂ ਕਹਿਣਾ ਕੀ ਚਾਹੁੰਦੇ ਆ। ਅੱਜ ਮਹਾਰਾਜ ਜੀ ਜਿਹੜੀ ਭੇਦ ਦੀ ਗੱਲ ਸਮਝਾਉਂਦੇ ਮੈਨੂੰ ਤੁਹਾਨੂੰ ਦੱਸਦੇ, ਕਹਿੰਦੇ ਪਿਆਰਿਓ ਅਸੀਂ ਤੁਹਾਡੇ ਦਿਲ ਦੀ ਜਾਣਦੇ ਹਾਂ, ਪਰ ਤੁਸੀਂ ਬੇਨਤੀ ਕਰਨੀ ਨਹੀਂ ਛੱਡਣੀ, ਤੁਸੀਂ ਅਰਦਾਸ ਕਰਨੀ ਨਹੀਂ ਛੱਡ ਸਕਦੇ।
ਉਹਦਾ ਕਾਰਨ ਬੜਾ ਬਰੀਕ ਆ, ਕਿਉਂਕਿ ਜਿੰਨਾ ਚਿਰ ਕਿਸੇ ਸਿੱਖ ਨੂੰ ਅਰਦਾਸ ਨਹੀਂ ਕਰਨੀ ਆਉਂਦੀ, ਅਰਦਾਸ ਸ਼ਬਦਾਂ ਦੀ ਮੁਹਤਾਜ ਨਹੀਂ, ਜਿੰਨਾ ਚਿਰ ਕਿਸੇ ਸਿੱਖ ਨੂੰ ਅਰਦਾਸ ਕਰਨੀ ਨਹੀਂ ਆਉਂਦੀ, ਉਹਨਾਂ ਚਿਰ ਉਹਦੇ ਵਿੱਚ ਨਿਮਰਤਾ ਨਾਂ ਦੀ ਚੀਜ਼ ਵੀ ਨਹੀਂ ਆ ਸਕਦੀ, ਨਹੀਂ ਨਿਮਰਤਾ ਆਉਂਦੀ। ਤੇ ਜਿਸ ਸਿੱਖ ਦੇ ਵਿੱਚ ਮਹਾਰਾਜ ਨੇ ਇੱਕ ਦਾਤ ਦਿੱਤੀ ਹੋਵੇ ਵੀ ਉਹਦੇ ਅੰਦਰ ਨਿਮਰਤਾ ਪ੍ਰਗਟ ਹੁੰਦੀ ਹੈ, ਉਹਨੂੰ ਸਹਿਜ ਸਿਪਾਹੀ ਇੱਥੇ ਮੱਥਾ ਟੇਕਣ ਦਾ ਵੀ ਵੱਲ ਆ ਜਾਂਦਾ ਆ। ਤੁਸੀਂ ਸੈਂਕੜੇ ਲੋਕਾਂ ਨੂੰ ਵੇਖੋਗੇ ਪਿਆਰਿਆਂ ਨੂੰ ਮੱਥਾ ਟੇਕਦਿਆਂ ਨੂੰ, ਬਹੁਤ ਇਹਨੂੰ ਤੇ ਪਤਾ ਹੀ ਨਹੀਂ ਹੁੰਦਾ ਮੱਥਾ ਕਿੱਦਾਂ ਟੇਕਣਾ ਆ, ਨਹੀਂ ਸਮਝ ਹੁੰਦੀ ਕਿ ਬਹੁਤਾਂ ਤਾਂ ਇਸ ਧਿਆਨ ਵਿੱਚ ਹੁੰਦੇ ਨੇ ਵੀ ਮੇਰੀ ਫੋਟੋ ਕਲਿੱਕ ਹੋ ਗਈ ਕਿ ਨਹੀਂ ਹੋ ਗਈ, ਅੱਜ ਕੱਲ੍ਹ ਦਾ ਜੋ ਜ਼ਮਾਨਾ ਆ। ਬਹੁਤਾਂ ਦਾ ਇਹ ਧਿਆਨ ਹੁੰਦਾ ਵੀ ਪਾਵਾਂਗੇ ਇੰਟਰਨੈਟ 'ਤੇ, ਲੋਕ ਕਹਿਣਗੇ ਅੱਜ ਗੁਰਦੁਆਰੇ ਗਏ ਸਨ। ਇਹ ਦਰ ਇਹਨਾਂ ਚੀਜ਼ਾਂ ਵਾਸਤੇ ਤੇ ਨਹੀਂ ਗਏ, ਇਸ ਵਾਸਤੇ ਨਹੀਂ ਸੀ। ਇਹ ਤੇ ਬੜੀ ਵੱਡੀ ਇੱਕ ਦਾਤ ਸੀਗੀ, ਬਹੁਤ ਵੱਡੀ ਇੱਕ ਦਾਤ ਸੀ। ਸਤਿਗੁਰੂ ਨੇ ਗੁਰਬਾਣੀ 'ਚ ਜੇ ਕਿਤੇ ਬੜੇ ਭੇਦ ਨਾਲ ਇਹ ਗੱਲ ਲਿਖੀ ਨਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਤੇ ਇਹਦਾ ਪਾਤਸ਼ਾਹ ਜੀ ਨੇ ਇੱਕ ਥਾਂ ਤੇ ਇਸ਼ਾਰਾ ਕੀਤਾ। ਮਹਾਰਾਜ ਜੀ ਕਹਿੰਦੇ ਸਾਡੇ ਕੋਲ ਜੋ ਵੀ ਆਉਂਦਾ ਸੀ ਉਹਨੂੰ ਆਵਾਜ਼ ਦਿੰਨੇ ਆ, ਦੂਸਰਾ ਕੋਈ ਨਹੀਂ ਆਉਂਦਾ। ਸਰਨ ਜੋਗ ਸੁਣ ਸਰਣੀ ਆਏ। ਮਹਾਰਾਜ ਜੀ ਆਪੇ ਆ ਗਏ? ਕਹਿੰਦੇ ਨਹੀਂ, ਕਰ ਕਿਰਪਾ ਪ੍ਰਭ ਆਪ ਮਿਲਾ। ਮਹਾਰਾਜ ਕਹਿੰਦੇ ਅਸੀਂ ਆਪ ਸੱਦਿਆ ਆ, ਇਹ ਆ ਨਹੀਂ ਗਏਗੇ। ਹਾਂ, ਹਾਲੇ ਪਤਾ ਲੱਗਾ ਨਹੀਂ ਲੱਗਾ ਇਹ ਵੱਖਰੀ ਗੱਲ ਹੈ, ਇਹ ਹਾਲੇ ਕਿਸੇ ਸਿੱਖ ਨੂੰ ਸਮਝ ਆਈ ਜਾਂ ਨਹੀਂ ਆਈ, ਇਹ ਇੱਕ ਵੱਖਰਾ ਟੌਪਿਕ ਆ। ਪਰ ਮਹਾਰਾਜ ਜੀ ਕਹਿੰਦੇ ਸੱਦਿਆ ਅਸੀਂ ਹੈ, ਸਾਡੇ ਘਰੇ ਉਹ ਹੀ ਆ ਸਕਦਾ ਜਿਹਨੂੰ ਅਸੀਂ ਆਵਾਜ਼ ਦਈਏ, ਜਿਹਨੂੰ ਅਸੀਂ ਆਵਾਜ਼ ਨਹੀਂ ਦਿੱਤੀ ਉਹ ਆ ਵੀ ਨਹੀਂ ਸਕਦਾ। ਨਹੀਂ ਤੇ ਲੋਕਾਂ ਕੋਲ ਸੈਂਕੜੇ ਬਹਾਨੇ ਨੇ, ਨਿੱਕੇ ਨਿੱਕੇ ਬਹਾਨੇ ਨੇ। ਮਹਾਰਾਜ ਮੇਰੇ ਕੱਪੜੇ ਮੈਲੇ ਸਨ, ਮੈਂ ਆ ਨਹੀਂ ਸਕਿਆ, ਮੇਰੀ ਗੱਡੀ ਪੈਂਚਰ ਸੀ, ਮੇਰੇ ਕੋਲ ਪੈਸੇ ਨੇ, ਸੈਂਕੜੇ ਬਹਾਨੇ ਨੇ ਲੋਕਾਂ ਕੋਲ। ਪਰ ਅੱਜ ਜਿਨ੍ਹਾਂ ਨੂੰ ਮਹਾਰਾਜ ਨੇ ਸਾਰੀ ਦਿਹਾੜੀ ਆਪਣੇ ਕੋਲ ਸੱਦਣਾ, ਇੱਕ ਵਾਰੀ, ਦੋ ਵਾਰੀ, 5 ਵਾਰੀ, ਘੰਟਾ, 5 ਮਿੰਟ, 10 ਮਿੰਟ, ਹਾਲਾਤ ਤੇ ਇਹਨਾਂ ਦੇ ਵੀ ਬਾਕੀਆਂ ਵਰਗੇ ਨੇ, ਇਹ ਕੋਈ ਬਹੁਤੇ ਫਰਕ ਤਾਂ ਨਹੀਂ ਰੱਖਦੇ। ਬਸ ਪਰ ਇਹਨਾਂ ਨੂੰ ਆਵਾਜ਼ ਵੱਜ ਗਈ ਵੀ ਤੂੰ ਜੈਸਾ ਹੈ ਤੈਸਾ ਹੈ, ਸਾਡੇ ਕੋਲ ਆ ਜਾ। ਤੇ ਅੱਜ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਜਿਹੜੇ ਫਿਰ ਸਾਡੇ ਕੋਲ ਆਉਣ ਲੱਗ ਪੈਂਦੇ, ਜਿਹੜੇ ਸਾਡੇ ਕੋਲ ਬੈਠਣ ਲੱਗ ਪੈਂਦੇ, ਮਹਾਰਾਜ ਜੀ ਕਹਿੰਦੇ ਅਸੀਂ ਉਹਨਾਂ ਦੇ ਨਾਲ ਇੱਕ ਖੇਡ ਵਰਤਾ ਦਿੰਦੇ ਹਾਂ, ਸਹਿਜੇ 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 ਉਹਨਾਂ ਨੂੰ ਰੰਗ ਲਾ ਕੇ ਨਾ, ਮਹਾਰਾਜ ਜੀ ਕਹਿੰਦੇ ਅਸੀਂ ਨਾਮ ਰਸ ਦੀ ਦਾਤ ਦੇ ਦਿੰਦੇ ਹਾਂ। ਫਿਰ ਉਹਨਾਂ ਲਈ ਸੰਗਤ ਨਸ਼ਾ ਬਣ ਜਾਂਦੀ ਹੈ। ਉਹਨਾਂ ਨੂੰ ਇਹ ਸੰਗਤ ਨਾ ਕਰਨ, ਨਿਤਨੇਮ ਨਾ ਕਰਨ, ਬਾਣੀ ਨਾ ਪੜ੍ਹਨ, ਉਹਨਾਂ ਦਾ ਫਿਰ ਜ਼ਿੰਦਗੀ ਦਾ ਰਹਿਣ ਸਹਿਣ ਥੋੜ੍ਹਾ ਬਦਲ ਜਾਂਦਾ ਹੈ। ਅੱਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਵਚਨ ਮੇਰੇ ਤੁਹਾਡੇ ਨਾਲ ਸਾਂਝਾ ਕੀਤਾ, ਮਹਾਰਾਜ ਜੀ ਕਹਿੰਦੇ ਕਰੋ ਬੇਨਤੀ ਭਾਰ ਬ੍ਰਹਮ ਸਭ ਜਾਣੈ। ਮਹਾਰਾਜ ਜੀ ਇੱਕ ਥਾਂ ਤੇ ਕਹਿੰਦੇ, ਮਹਾਰਾਜ ਜੀ ਤੁਧ ਆ ਗਏ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਮਹਾਰਾਜ ਜਿੰਦ ਤੁਸੀਂ ਦਿੱਤੀ, ਸਰੀਰ ਤੁਸੀਂ ਦਿੱਤਾ, ਆ ਜਿੰਨਾ ਕੁਝ ਮੇਰੇ ਆਲੇ ਦੁਆਲੇ ਆ ਇਹ ਵੀ ਸਾਰਾ ਤੁਹਾਡਾ ਆ। ਇਸ ਸਾਰੇ ਆਲੇ ਦੁਆਲੇ ਦੇ ਵਿੱਚੋਂ ਮੈਂ ਕੁਝ ਮੰਗਣਾ ਆ, ਮੈਨੂੰ ਕੀ ਚਾਹੀਦਾ ਤੁਹਾਨੂੰ ਤੇ ਪਹਿਲਾਂ ਪਤਾ ਆ। ਇੱਕ ਥਾਂ ਤੇ ਪਾਤਸ਼ਾਹ ਕਹਿੰਦੇ ਅੰਤਰ ਕੀ ਗਤ ਤੁਧ ਪਹਿ ਸਾਰੀ, ਤੁਧ ਜੇਵ ਡਵਰ ਨਾ ਕੋਈ। ਮਹਾਰਾਜ ਜੀ ਅਸੀਂ ਅੰਦਰ ਦੀ ਗੱਲ ਤੁਹਾਨੂੰ ਕਹਿ ਦਿੱਤੀ ਏ, ਪਰ ਤੁਸੀਂ ਜਾਣਦੇ ਹੋ ਅਸੀਂ ਕੀ ਕਹਿਣ ਆਏ ਹਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਘਟਨਾ ਵਰਤੀ, ਉਹ ਪ੍ਰਤੱਖ ਹੋ ਗਈ। ਮਹਾਰਾਜ ਨੇ ਦੱਸ ਕੇ ਗਏ ਕਿ ਸਾਨੂੰ, ਕਹਿੰਦੇ ਅਸੀਂ ਕਿਸੇ ਬੰਦਿਸ਼ ਦੇ ਮੁਹਤਾਜ ਨਹੀਂ। ਉਹ ਸ਼ਰੇਆਮ ਕਹਿੰਦੀ ਪਈ, ਭਰੀ ਸੰਗਤ 'ਚ ਕਹਿੰਦੀ ਪਈ, ਤੂੰ ਪਾਪੀ ਮੈਂ ਬਖਸ਼ਨਾਰ, ਤੂੰ ਪਾਪੀ ਮੈਂ ਬਖਸ਼ਨਾਰ, ਤੂੰ ਪਾਪੀ ਮੈਂ ਬਖਸ਼ਨਾਰ। ਮੇਰੇ ਵਰਗੇ ਭੱਜ ਕੇ ਉੱਠ ਖਲੋਤੇ, ਕਹਿੰਦੇ ਕੀ ਕਹਿੰਦੀ ਪਈ ਏ, ਤੈਨੂੰ ਪਤਾ ਨਹੀਂ ਪਾਤਸ਼ਾਹ ਦਾ ਅਦਬ ਕਿੱਦਾਂ ਕਰੀਦਾ ਆ। ਮਹਾਰਾਜ ਜੀ ਕਹਿੰਦੇ ਤੁਸੀਂ ਕੀ ਕਹਿੰਦੇ ਪਏ ਹੋ, ਜਿੰਨਾ ਅਦਬ ਇਹਨੂੰ ਪਤਾ ਆ, ਅਗਿਆਨ ਧਿਆਨ ਘੋਟਣ ਵਾਲਿਆਂ ਨੂੰ ਨਹੀਂ ਪਤਾ ਹੁੰਦਾ, ਕਿਉਂਕਿ ਉਹ ਦਿਲਾਂ ਦਾ ਜਾਨੀ ਹੈ। ਇਸ ਲਈ ਪਾਤਸ਼ਾਹ ਜੀ ਨੇ ਕਿਹਾ ਸੀ ਅੰਤਰਜਾਮੀ ਪੁਰਖ ਵਿਦਾਤੇ। ਮਹਾਰਾਜ ਤੁਹਾਨੂੰ ਸਭ ਪਤਾ ਆ ਸਾਡੀ ਕੀ ਲੋੜ ਆ। ਹਾਂ, ਦੁਨੀਆ ਨੂੰ ਇਸ ਗੱਲ ਦਾ ਨਹੀਂ ਪਤਾਗਾ, ਹਰ ਜਗਿਆਸੂ ਨੂੰ ਇਸ ਗੱਲ ਬਾਰੇ ਨਹੀਂ ਪਤਾ ਕਿ ਜੋ ਮੈਂ ਮਹਾਰਾਜ ਨੂੰ ਕਹਿਣ ਆਇਆ ਆ ਕਿ ਮਹਾਰਾਜ ਨੇ ਸੁਣਿਆ ਕਿ ਨਹੀਂ ਸੁਣਿਆ। ਉਹਨੂੰ ਭਰੋਸਾ ਨਹੀਂ ਵੱਜਦਾ, ਤੇ ਇਹ ਜਲਦੀ ਨਹੀਂ ਵੱਜਦਾ। ਜੇ ਮੈਂ ਕਹਾਂ ਨਾ ਵੀ ਇੱਕਦਮ 1 2 4 ਵੀ ਇੱਕ ਵਾਰੀ 'ਚ ਤੁਹਾਡਾ ਭਰੋਸਾ ਬਣ ਜਾਏ, ਇੱਦਾਂ ਨਹੀਂ ਹੁੰਦਾ ਗਾ। ਤੁਸੀਂ ਕਿਸੇ ਵੀ ਸ਼ਹੀਦ ਸਿੱਖ ਦਾ ਜੀਵਨ ਪੜ੍ਹ ਕੇ ਦੇਖ ਲਿਆ ਜੇ, ਉਹਨਾਂ ਨੇ ਬੜਾ ਲੰਮਾ ਸਮਾਂ ਪਾਤਸ਼ਾਹ ਕੋਲ ਬਿਤਾਇਆ, ਉਹਨਾਂ ਨੂੰ ਸਮਝ ਆਈ, ਮਹਾਰਾਜ ਨੇ ਆਪ ਸੋਝੀ ਦਿੱਤੀ, ਪ੍ਰੇਮ ਨਾਲ
ਐਸੇ ਪ੍ਰੇਮ ਨਾਲ ਭਰਿਆ, ਸਿਰ ਤੇ ਆਰਾ ਰੱਖਿਆ। ਦੱਸੋ ਕੀ ਚਾਹੁੰਦੇ ਹੋ? ਸਾਡਾ ਸਤਿਗੁਰ ਵੱਲ ਮੁਖ ਹੋਵੇ। ਹਰ ਬੰਦਾ ਦੁਨੀਆ ਦਾ ਮਤਲਬ ਤਰਕ ਤੇ ਚੱਲਣ ਵਾਲਾ ਸੋਚੇਗਾ ਤੂੰ ਜਿੰਦ ਬਖਸ਼ ਵਾਲਾ। ਉਹ ਕਹਿੰਦਾ ਨਹੀਂ, ਜਿੰਦ ਕੀ ਕਰਨੀ ਹੈ? ਪਾਤਸ਼ਾਹ ਦੇ ਸਾਹਮਣੇ ਖਲੋਤੇ ਨੇ, ਇਹਦਾ ਕੀ ਕਰਾਂਗੇ? ਜਿਨ੍ਹਾਂ ਦੇ ਸਾਹਮਣੇ ਖਲੋਤਿਆਂ ਸਾਨੂੰ ਰਾਜ ਭਾਗ ਮਿਲਦਾ ਆ, ਜਿਨ੍ਹਾਂ ਦੇ ਸਾਹਮਣੇ ਖਲੋਤਿਆਂ ਸਾਨੂੰ ਸਤਿਗੁਰ ਦੀ ਅਭੇਦਤਾ ਮਿਲਦੀ ਹੈ, ਅਸੀਂ ਇਹਨਾਂ ਦੁਨਿਆਵੀ ਚੀਜ਼ਾਂ ਨੂੰ ਕੀ ਕਰਨਾ ਆ? ਪਰ ਹਰ ਸਿੱਖ ਨੂੰ ਮਾਫ ਕਰਨਾ, ਹਰ ਪਿਆਰੇ ਨੂੰ ਇਹ ਗੱਲ ਸਮਝ ਨਹੀਂ ਆਉਂਦੀ। ਇਸ ਲਈ ਮੈਂ ਫਿਰ ਰਿਪੀਟ ਕਰ ਦਿਆਂ, ਇਸ ਲਈ ਜਿੱਥੇ ਕਿਤੇ ਨਾ ਗਲਤ ਬੋਲਿਆ ਜਾਏ ਤੇ ਜਿਹੜੇ ਲੋਕ ਲੜਦੇ ਨੇ ਉਹਨਾਂ ਨਾਰਾਜ਼ ਨਹੀਂ ਹੋਣਾਗਾ, ਸਗੋਂ ਆਪਣੀ ਪੜਚੋਲ ਕਰਨੀ, ਕਿਤੇ ਮੇਰੀ ਤਾਂ ਨਹੀਂ ਬਿਰਤੀ ਇਹਨਾਂ ਵਰਗੀ ਬਣ ਗਈ, ਮੈਂ ਤਾਂ ਨਹੀਂ ਇਹਨਾਂ ਵਾਲੀ ਬਿਰਤੀ ਤੇ ਖਲੋਤਾ ਆ ਕਿ ਉਹ ਕੋਈ ਇਨਸਾਨ, ਕੋਈ ਪੁਰਖ ਗਲਤੀ ਕਰ ਸਕਦਾ। ਪਿਆਰਾ ਤੇ ਜਾਣਦਾ ਨਾ ਮੇਰੇ ਦਿਲ ਦੀ। ਤੇ ਅੱਜ ਪਾਤਸ਼ਾਹ ਜੀ ਨੇ ਬੜਾ ਸੋਹਣਾ ਦੱਸਿਆ। ਮਹਾਰਾਜ ਜੀ ਕਹਿੰਦੇ ਆਪਣਾ ਕੀਆ ਆਪ ਹੈ ਮਾਨੈ। ਪਰਮਾਤਮਾ ਆਪ ਹੀ ਆਪ ਵਰਤ ਕੇ ਆਪਣੀ ਵਡਿਆਈ ਕਰਵਾ ਰਿਹਾ, ਆਪ ਹੀ ਵਰਤ ਕੇ ਆਪ ਹੀ ਆਪਣੀ ਵਡਿਆਈ ਕਰਵਾ ਰਿਹਾ। ਜਦੋਂ ਮਹਾਰਾਜ ਜੀ ਦਰਸ਼ਨ ਕਰ ਰਹੇ ਸਨ ਤਾਂ ਦੇਖਿਆ ਵੀ ਕਿੱਡਾ ਸੋਹਣਾ ਆਲੀਸ਼ਾਨ ਬਣਿਆ ਆ। ਤਾਂ ਉਦੋਂ ਇਹ ਪੰਕਤੀ ਅੰਦਰ ਟਣਕ ਗਈ ਕਿ ਆਪਣਾ ਕੀਆ ਆਪੈ ਮਨ। ਪੈਸਾ ਮਹਾਰਾਜ ਦੇ ਨਾਮ ਨੂੰ ਆਇਆ, ਸੰਗਤ ਮਹਾਰਾਜ ਦੇ ਨਾਮ ਨੂੰ ਆਏ, ਕਾਰਜ ਮਹਾਰਾਜ ਦੇ ਨਾਮ ਨੂੰ ਹੋਏ, ਇਹਨੂੰ ਕਹਿੰਦੇ ਆਪਣਾ ਕੀਆ ਆਪੈ ਮਨ। ਗੁਰਬਾਣੀ ਦੇ ਵਿੱਚ ਮਹਾਰਾਜ ਨੇ ਇੱਕ ਥਾਂ ਤੇ ਬੜਾ ਸੋਹਣਾ ਲਿਖਿਆ। ਮਹਾਰਾਜ ਜੀ ਕਹਿੰਦੇ ਜੋ ਹਰ ਦਾਸਨ ਕੀ ਉਸਤਤ ਹੈ, ਜੋ ਪਿਆਰੇ ਦੀ ਵਡਿਆਈ ਹੈ ਨਾ, ਜੋ ਹਰ ਦਾਸਨ ਕੀ ਉਸਤਤ ਹੈ, ਜੋ ਰੱਬ ਦੇ ਪਿਆਰੇ ਦੀ ਵਡਿਆਈ ਹੈ ਨਾ, ਸਾ ਹਰ ਕੀ ਵਡਿਆਈ। ਮਹਾਰਾਜ ਕਹਿੰਦੇ ਅਸਲ ਵਿੱਚ ਉਹੀ ਰੱਬ ਦੀ ਵਡਿਆਈ ਹੈ। ਜੇ ਕੋਈ ਸਿੱਖ ਮੂੰਹੋਂ ਬੋਲ ਰਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਸਿੱਖ ਆਪਣੇ ਆਪ ਨੂੰ ਥੋੜਾ ਜਪ ਰਿਹਾ ਆ, ਪਿਆਰੇ ਨੂੰ ਜਪ ਰਿਹਾ ਆ। ਪਰ ਕੋਈ ਜਪਣ ਵਾਲੇ ਦਾ ਜਦੋਂ ਰੱਬ ਮੁੱਲ ਪਾਉਂਦਾ ਆ ਤੇ ਸਾਰੀ ਦੁਨੀਆ ਵਿੱਚ ਸ਼ਰੇਆਮ ਗੱਲ ਕਹੀ ਜਾਂਦੀ ਹੈ ਤੇ ਰੱਬ ਵਰਗਾ ਉਹ ਨਿਬੜਿਆ ਆ। ਇੱਥੋਂ ਤੱਕ ਮਹਾਰਾਜ ਆਪ ਖੁਦ ਕਹਿ ਕੇ ਗਏ, ਕਹਿੰਦੇ ਉਹ ਸਾਡੇ ਵਰਗਾ ਹੀ ਆ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੇ। ਮਹਾਰਾਜ ਕਹਿੰਦੇ ਸਾਡੇ ਵਰਗੇ ਬਣ ਗਏ, ਇਹ ਸਾਡੇ ਤੋਂ ਬਾਹਰ ਨਹੀਂ ਗਏ। ਜਿਨ ਹਰ ਜਪਿਆ ਸੇ ਹਰ ਹੋਏ। ਮਹਾਰਾਜ ਜੀ ਕਹਿੰਦੇ ਜਿਹਨੇ ਸਾਡਾ ਨਾਮ ਜਪ ਲਿਆ ਅਸੀਂ ਉਹਨੂੰ ਆਪਣੇ ਵਰਗਾ ਹੀ ਕਰ ਲਿਆ। ਇਹਨੂੰ ਕਹਿੰਦੇ ਆਪਣਾ ਕੀਆ ਆਪ ਹੈ ਮਾਨੈ। ਮਹਾਰਾਜ ਕਹਿੰਦੇ ਕਰਦੇ ਵੀ ਉਹ ਆਪ ਹੀ ਨੇ, ਵਰਤਾ ਵੀ ਆਪ ਰਹੇ, ਤੇ ਵਡਿਆਈਆਂ ਦਿੱਤੀਆਂ ਬੰਦਿਆਂ ਨੂੰ, ਸੰਸਾਰ ਨੂੰ। ਵਡਿਆਈ ਕਿੰਦੀ? ਮਹਾਰਾਜ ਜੀ ਦੀ। ਜਦੋਂ ਕਿਸੇ ਸਿੱਖ ਦੀ ਆਪਾਂ ਵਡਿਆਈ ਕਰਦੇ ਹਾਂ, ਕਿਸੇ ਗੁਰੂ ਕੇ ਕੀਰਤਨੀਏ ਦੀ, ਕਿਸੇ ਚੰਗੇ ਪ੍ਰਬੰਧਕ ਦੀ, ਕਿਸੇ ਗੁਰੂ ਕੇ ਕਥਾਵਾਚਕ ਦੀ, ਕਿਸੇ ਗੁਰੂ ਕੇ ਗ੍ਰੰਥੀ ਸਿੱਖ ਦੀ, ਜਾਂ ਗੁਰੂ ਕੇ ਪਿਆਰੇ ਸੇਵਾਦਾਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਆਪਾਂ ਇਹ ਕਹਿੰਦੇ ਨਾ ਮਹਾਰਾਜ ਦੇ ਘਰੇ ਕਿੱਡੇ ਕਿੱਡੇ ਪਿਆਰੇ ਸਿੱਖ ਨੇ, ਗੱਲ ਫੇਰ ਉੱਥੇ ਜਾ ਕੇ ਖੜ ਜਾਂਦੀ ਹੈ। ਪਾਤਸ਼ਾਹ ਜੀ ਕਹਿੰਦੇ ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਮਹਾਰਾਜ ਕਹਿੰਦੇ ਸਾਨੂੰ ਚੰਗਾ ਲੱਗਦਾ ਆ ਜਦੋਂ ਕੋਈ ਸਾਡੇ ਨੇੜੇ ਹੋਏਗਾ, ਅਸੀਂ ਉਹਦੀ ਫਿਰ ਵਡਿਆਈ ਕਰਵਾਵਾਂਗੇ, ਅਸੀਂ ਉਹਦਾ ਮੁੱਲ ਪਾਵਾਂਗੇ ਇਸ ਕਾਇਨਾਤ ਵਿੱਚ। ਕੋਈ ਬੰਦਾ ਜਿੰਨਾ ਪੜ੍ਹਦਾ ਆ, ਸਹਿਜ ਸੁਭਾਏ ਜਦੋਂ ਪੜ੍ਹਦਾ ਆ, ਤਾਂ ਸਮਾਜ ਉਹਦਾ ਮੁੱਲ ਪਾ ਦਿੰਦਾ ਆ। ਪੜ੍ਹੇ ਲਿਖੇ ਬੰਦੇ ਦਾ ਸਮਾਜ ਵਿੱਚ ਮੁੱਲ ਪੈ ਜਾਂਦਾ, ਵੀ ਉਹ ਪੇਪਰ ਦਿੰਦਾ, ਟੈਸਟ ਕਲੀਅਰ ਕਰਦਾ, ਵੱਡਾ ਅਫਸਰ ਬਣਦਾ ਆ, ਉਹ ਫਿਰ ਸਮਾਜ ਵਿੱਚ ਉਸ ਬੰਦੇ ਦਾ ਮੁੱਲ ਪਿਆ ਹੁੰਦਾ ਆ। ਕੋਈ ਮੇਰੇ ਵਰਗਾ 10th +2 ਕਰਕੇ ਨੌਕਰੀ ਲੱਗੇ, ਉਹ ਸਾਰੀ ਉਮਰ ਸਲੂਟ ਤੇ ਰਹਿੰਦਾ ਆ। ਜਦੋਂ ਕੋਈ ਵੱਡੀ ਪੜ੍ਹਾਈ ਕਰਕੇ IPS ਕਰਕੇ ਵੱਡੇ ਟੈਸਟ ਕਲੀਅਰ ਕਰਕੇ ਜਦੋਂ ਉਸ ਰੈਂਕ ਤੱਕ ਜਾਂਦਾ ਆ, ਫਿਰ ਉਹਦੇ ਲਈ ਨਾ ਕੋਈ ਵਰਦੀ ਹੁੰਦੀ ਹੈ, ਨਾ ਕੋਈ ਕਾਨੂੰਨ ਹੁੰਦਾ, ਸਿੱਧਾ ਹਿਸਾਬ ਉਹਨਾਂ ਦਾ ਵੀ ਜੋ ਕਰਤਾ, ਜੋ ਮੂੰਹੋਂ ਨਿਕਲ ਗਿਆ ਤੇ ਜੀ ਗੱਲ ਖਤਮ। ਬਸ ਜੇ ਕਹਿਤਾ ਜੀ ਆ ਕਰਨਾ ਤੇ ਬਸ ਹੋਣਾ, ਹੁਣ ਦਫ਼ਤਰ 'ਚ ਜਿੱਦਾਂ ਮਰਜ਼ੀ ਕਰੋ। ਇਸ ਰੈਂਕ ਤੱਕ ਲੀਡਰ ਲੋਕ ਹੁੰਦੇ ਨੇ, ਕਿੰਨੇ ਪਿਆਰੇ ਪਾਪੜ ਵੇਲਦੇ ਨੇ ਇਲੈਕਸ਼ਨ ਜਿੱਤਣ ਵਾਸਤੇ। ਉਹਦਾ ਇੱਕੋ ਕਾਰਨ ਹੁੰਦਾ ਆ, ਉਹਨਾਂ ਨੂੰ ਪਤਾ ਵੀ ਜੇ ਅਸੀਂ ਜਿੱਤ ਗਏ ਤੇ ਸਾਡਾ ਮੁੱਲ ਪੈ ਜਾਣਾ ਹੈ। ਰੱਬ ਕਹਿੰਦਾ ਦੁਨੀਆਦਾਰਾਂ ਲੋਕਾਂ ਨੂੰ ਇਹ ਗੱਲ ਸਮਝ ਆ ਗਈ। ਮੈਂ ਇੱਕ ਬੇਨਤੀ ਕਰਾਂ, ਹਰ ਮਾਪਿਆਂ ਨੇ ਆਪਣਾ ਬੱਚਾ ਪੜ੍ਹਾਉਣਾ ਸ਼ੁਰੂ ਕੀਤਾ ਹੈ। ਹੁਣ ਤੇ ਐਸਾ ਰਹਿ ਰੱਬ ਦਾ ਨਾਮ 2.5 ਸਾਲਾਂ ਦੇ ਇਹਨਾਂ ਨੇ ਪਲੇ ਵੇ 'ਚ ਸੁੱਟੇ ਨੇ। 3 ਸਾਲ ਦੇ ਉਹਨੂੰ ਸਕੂਲਾਂ 'ਚ ਪਾ ਰੱਖਿਆ ਆ। ਅੱਗੇ ਹੁੰਦਾ ਸੀ 5-6 ਸਾਲ ਦਾ ਬੱਚਾ ਥੋੜੀ ਸਾਂਭ ਸੰਭਾਲ ਹੋਵੇ ਫਿਰ ਬੱਚਾ, ਹੁਣ ਤੇ ਨਿੱਕੇ ਨਿੱਕੇ ਚਲੋ ਗੇਮ ਚੱਲ ਪਈ ਬਹੁਤ ਬਰੀਕ ਪੈਸੇ ਦੀ। ਪਰ ਹਰ ਮਾਪਿਆਂ ਨੂੰ ਪਤਾ ਵੀ ਜੇ ਬੱਚਾ ਪੜੂ ਤੇ ਸਮਾਜ ਵਿੱਚ ਇਹਦਾ ਮੁੱਲ ਪਊ।
ਹਰ ਬੰਦਾ ਪੈਸੇ ਪਿੱਛੇ ਭੱਜਿਆ ਫਿਰਦਾ। ਉਹਨੂੰ ਪਤਾ ਵੀ ਜੇ ਜੇਬ 'ਚ ਪੈਸਾ ਆਊ ਤੇ ਲੋਕ ਸਤਿਕਾਰ ਕਰਨਗੇ। ਹਰ ਬੰਦੇ ਨੂੰ ਪਤਾ ਵੀ ਜੇ ਰਾਜਨੀਤੀ ਵਿੱਚ ਕਾਮਯਾਬ ਹੋ ਗਏ ਨਾ ਤੇ ਵਾਰੇ ਨਿਆਰੇ ਹੋ ਜਾਣੇ ਨੇ। ਹਰ ਬੰਦੇ ਨੂੰ ਪਤਾ ਵੀ ਜੇ ਸਮਾਜ ਵਿੱਚ ਚੰਗੇ ਕੰਮ ਕਰਦੇ ਰਹੇ ਨਾ ਤੇ ਲੋਕਾਂ ਨੇ ਇੱਕ ਨਾ ਇੱਕ ਦਿਨ ਆਣ ਕੇ ਮੁੱਲ ਪਾ ਦੇਣਾ ਆ। ਤੁਸੀਂ ਸਮਝਦੇ ਵੀ ਕਿੰਨੀਆਂ NGOs ਬਣੀਆਂ ਨੇ ਸੰਸਾਰ ਦੇ ਵਿੱਚ, ਇੱਕ ਤੋਂ ਇੱਕ ਚੜ੍ਹਦੇ ਤੇ ਕੋਈ ਵੀ ਘਾਟੇ ਵਿੱਚ ਨਹੀਂ, ਸਾਰੇ ਪ੍ਰੋਫਿਟ ਵਿੱਚ ਨੇ, ਸਾਰਿਆਂ ਦੇ ਵਾਰੇ ਨਿਆਰੇ। ਹਰ ਬੰਦੇ ਨੂੰ ਪਤਾ ਲੱਗ ਗਿਆ ਵੀ ਪੜ੍ਹਾਈ ਦਾ ਕੀ ਮੁੱਲ ਆ, ਪੈਸੇ ਦਾ ਕੀ ਮੁੱਲ ਆ, ਰਾਜਨੀਤਿਕ ਤਾਕਤ ਦਾ ਕੀ ਮੁੱਲ ਹੈ, ਸਮਾਜਿਕ ਕੰਮਾਂ ਦਾ ਕੀ ਮੁੱਲ ਆ। ਪਰ ਦੁਨੀਆ ਨੂੰ ਹਾਲੇ ਵੀ ਅੱਜ ਤੱਕ ਬੰਦਗੀ ਦੀ ਤਾਕਤ ਨਹੀਂ ਪਤਾ ਲੱਗ ਸਕੀ। ਦੁਨੀਆ ਨੂੰ ਹਰ ਚੀਜ਼ ਦਾ ਪਤਾ ਹੈ, ਲੋਕਾਂ ਨੂੰ ਪ੍ਰੇਮ ਦੀ ਤਾਕਤ ਨਹੀਂ ਪਤਾ ਲੱਗੀ, ਬੰਦਗੀ ਦੀ ਤਾਕਤ ਨਹੀਂ ਪਤਾ ਲੱਗੀ। ਇਸ ਲਈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੂੰ ਇਹ ਗੱਲ ਬਕਾਇਦਾ ਲਿਖ ਕੇ ਦੇਣੀ ਪਈ। ਮਹਾਰਾਜ ਜੀ ਕਹਿੰਦੇ ਹੈਨ ਵਿਰਲੇ ਨਾ ਹੀ ਕਣੇ, ਹੈਗੇ ਨੇ ਪਰ ਥੋੜੇ ਨੇ। ਮਹਾਰਾਜ ਲਿਖ ਕੇ ਦੇ, ਜਿਹੜੀ ਕੋਈ ਚੀਜ਼ ਲਿਖ ਕੇ ਦੇ ਦਿੱਤੀ ਜਾਵੇ ਹੈ ਨਾ, ਉਹਦਾ ਤੇ ਕੋਈ ਤੋੜ ਨਹੀਂ ਹੁੰਦਾਗਾ। ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਲਿਖ ਕੇ ਦਿੰਨੇ ਆ, ਸਾਈਂ ਨਾਮ ਅਮੋਲ। ਸਾਡੀ ਗੱਲ ਯਾਦ ਰੱਖਿਆ ਜੀ, ਕੀਮ ਨਾ ਕੋਈ ਜਾਣ ਦੋ। ਦੁਨੀਆ ਨੂੰ ਇਸ ਨਾਮ ਦੀ ਤਾਕਤ ਦਾ ਮੁੱਲ ਨਹੀਂ ਪਤਾਗਾ। ਦੁਨੀਆ ਨੂੰ ਤੇ ਨਿਮਰਤਾ ਦਾ ਮੁੱਲ ਨਹੀਂ ਪਤਾ। ਨਿਮਰਤਾ ਦਾ ਲੋਕਾਂ ਨੂੰ ਮੁੱਲ ਨਹੀਂ ਪਤਾ ਵੀ ਨਿਮਰਤਾ ਕਿੱਡੀ ਡਾਢੀ ਵੱਡੀ ਚੀਜ਼ ਹੁੰਦੀ ਹੈ। ਮੈਂ ਕੱਲ ਬੜੀ ਪਿਆਰੀ ਘਟਨਾ ਪੜ੍ਹ ਰਿਹਾ ਸਾਂ। ਜਦੋਂ ਮੁਹੰਮਦ ਸਾਹਿਬ ਮੁਸਲਮਾਨਾਂ ਦੇ ਪੈਗੰਬਰ, ਉਹ ਕਾਫੀ ਜੱਦੋ ਜਹਿਦ ਤੋਂ ਬਾਅਦ ਇੱਕ ਆਪਣੀ ਸਲਤਨਤ, ਆਪਣਾ ਰਾਜ ਭਾਗ ਹਾਸਲ ਉਹਨਾਂ ਨੇ ਕੀਤਾ, ਤੇ ਜਿਹੜੇ ਉਹਨਾਂ ਦੇ ਦੁਸ਼ਮਣ ਸਨ ਹੈ ਉਹ ਆਪਣੇ ਹੀ ਸੀ, ਉਹ ਗ੍ਰਿਫਤਾਰ ਕਰਕੇ ਉਹਨਾਂ ਦੇ ਸਾਹਮਣੇ ਲੈ ਕੇ ਆਂਦੇ। ਤੇ ਉਹਨਾਂ ਦੇ ਨਾਲ ਦੇ ਜਿਹੜੇ ਸਾਥੀ ਸਨ ਕਹਿਣ ਲੱਗੇ ਜੀ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਮੁਹੰਮਦ ਸਾਹਿਬ ਕਹਿਣ ਲੱਗੇ ਇਹਨਾਂ ਨੂੰ ਹੀ ਪੁੱਛ ਲਈਏ ਵੀ ਤੁਹਾਨੂੰ ਕੀ ਸਜ਼ਾ ਦਈਏ। ਉਹ ਕਹਿਣ ਲੱਗੇ ਜੀ ਜੋ ਇੱਕ ਸੱਚਾ ਸੁੱਚਾ ਬੰਦਾ ਦੂਸਰੇ ਨੂੰ ਸਜ਼ਾ ਦੇਣੀ ਚਾਹੁੰਦਾ ਹੈ, ਕਹਿੰਦੇ ਜਾਓ ਇਹਨਾਂ ਨੂੰ ਆਜ਼ਾਦ ਕਰ ਦਿਓ, ਇਹਨਾਂ ਨੂੰ ਆਜ਼ਾਦ ਕਰ ਦਿਓ, ਇਹਨਾਂ ਨੂੰ ਕੋਈ ਸਜ਼ਾ ਨਹੀਂ ਦੇਣੀ। ਜਦੋਂ ਕਿਸੇ ਬੰਦੇ ਨੂੰ ਇਹ ਗੱਲ, ਇਹ ਭੇਦ ਮਹਾਰਾਜ ਜੀ ਦਾ ਸਮਝ ਆ ਜਾਏ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਤਰਸ ਕਰਦੇ। ਮਹਾਰਾਜ ਜੀ ਕਹਿੰਦੇ ਆਪਣਾ ਕੀਆ ਆਪ ਹੈ ਮਾਨੈ, ਰੱਬ ਆਪ ਹੀ ਆਪਣੀ ਵਡਿਆਈ ਇਸ ਕਾਇਨਾਤ ਵਿੱਚ ਫੈਲਾ ਰਿਹਾ ਹੈ। ਕੋਈ ਇੱਥੇ ਲੱਖ ਹੋਣਗੇ ਕੱਚੇ ਪਿੱਲੇ ਮੇਰੇ ਵਰਗੇ, ਪਰ ਪਰਮਾਤਮਾ ਨੇ ਇੱਕ ਰੰਗ ਵਰਤਾਇਆ ਹੋਇਆ ਆ, ਉਹਨੇ ਇਹ ਵੀ ਨਹੀਂ ਨਾਸ ਹੋਣ ਦੇਣਾ, ਉਹਨੇ ਚੰਗਿਆਈ ਨਹੀਂ ਨਾਸ ਹੋਣ ਦੇਣੀ। ਤੇ ਪਾਤਸ਼ਾਹ ਜੀ ਸਮਝਾਉਂਦੇ, ਕਹਿੰਦੇ ਆਪ ਹੈ ਆਪ, ਆਪ ਕਰਤ ਨਵੇਰਾ। ਪਰਮਾਤਮਾ ਆਪ ਹੀ ਹੈ, ਆਪ ਹੀ ਇਸ ਕਾਇਨਾਤ ਵਿੱਚ ਵਿਚਰਿਆ ਆ ਤੇ ਆਪ ਹੀ ਨਿਬੇੜਾ ਕਰੀ ਜਾਂਦਾ ਆ। ਜੋਨ ਦੇ ਕੋਲ ਆਉਂਦਾ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਮਹਾਰਾਜ ਕਹਿੰਦੇ ਸਾਹਮਣੇ ਪ੍ਰਤੱਖ ਵਿਖਾਉਂਦਾ, ਫਿਰ ਆਪ ਹੀ ਨਿਬੇੜਾ ਕਰਦਾ ਆ। ਪਾਤਸ਼ਾਹ ਜੀ ਕਹਿੰਦੇ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ। ਕਿਸੇ ਨੂੰ ਤੇ ਪਰਮਾਤਮਾ ਸਮਝਾ ਦਿੰਦਾ ਵੀ ਅਸੀਂ ਬਹੁਤ ਨੇੜੇ ਆ, ਕਿਸੇ ਨੂੰ ਮਹਾਰਾਜ ਜੀ ਕਹਿੰਦੇ ਵੀ ਨਹੀਂ ਅਸੀਂ ਹੈ ਹੀ ਨਹੀਂ ਗੇ। ਕਿਸੇ ਦੇ ਅੰਦਰ ਮਹਾਰਾਜ ਜੀ ਖਿਆਲ ਪੈਦਾ ਕਰ ਦਿੰਦੇ ਅਸੀਂ ਜਰੇ ਜਰੇ ਵਿੱਚ ਆ, ਕਿਸੇ ਨੂੰ ਕਹਿੰਦੇ ਗੁਰਦੁਆਰਿਆਂ 'ਚ ਵੀ ਨਹੀਂ ਹੈਗਾ ਗਾ। ਤੁਸੀਂ ਸੈਂਕੜੇ ਲੋਕ ਦੇਖੋਗੇ, ਆਪਣੇ ਸਰਦਾਰਾਂ ਦੇ ਪੁੱਤ ਵੇਖੋਗੇ, ਉਹ ਲਓ ਜੀ ਆਵੇ ਗੁਰਦੁਆਰਿਆਂ ਦੇ ਵਿੱਚ ਆਹ ਢਾਂਚਾ ਬੜਾ, ਤੁਸੀਂ ਉਸ ਤੋਂ ਕੀ ਲੈਣਾ? ਤੁਸੀਂ ਕਿੰਦੇ ਗਾਹਕ ਹੋ? ਤੁਹਾਨੂੰ ਕਿੰਦੇ ਨਾਲ ਮਤਲਬ ਆ? ਕਿਸੇ ਬੰਦੇ ਨਾਲ, ਕਿਸੇ ਸਰੀਰ ਨਾਲ, ਕਿਸੇ ਢਾਂਚੇ ਨਾਲ? ਤੁਸੀਂ ਉੱਥੋਂ ਕੀ ਲੈਣਾ? ਉਹ ਭਲਿਆ ਜਿਨ੍ਹਾਂ ਨੇ ਮੁੱਲ ਪਵਾਉਣਾ ਸੀ ਉਹਨਾਂ ਨੇ ਘੋੜਿਆਂ ਤੇ ਬੈਠਿਆਂ ਤੋਂ ਦਾਤਾਂ ਲੈ ਲਈਆਂ, ਜਿਨ੍ਹਾਂ ਨੇ ਕੁਝ ਲੈਣਾ ਸੀ ਉਹਨਾਂ ਨੇ ਜੰਗਲਾਂ 'ਚ ਮਹਾਰਾਜ ਨੂੰ ਸੱਦ ਲਿਆ। ਉਹ ਭਲਿਆ ਤੈਨੂੰ ਤਖਤ ਤੇ ਬੈਠੇ ਤੋਂ ਲੈਣਾ ਨਹੀਂ ਆਇਆ। ਸਮਝਦੇ ਜੀ ਇਸ ਗੱਲ ਨੂੰ? ਤਖਤ ਤੇ ਬੈਠਾ ਰਾਜਾ ਬਹੁਤ ਕੁਝ ਵੰਡ ਸਕਦਾ ਹੁੰਦਾ, ਕਿਉਂਕਿ ਆਪਣੀ ਸਲਤਨਤ ਵਿੱਚ ਆ। ਜਿਨ੍ਹਾਂ ਨੂੰ ਲੈਣ ਦੀ ਜਾਚ ਹੁੰਦੀ ਉਹ ਸੜਕ ਤੇ ਲੰਮੇ ਪੈ ਕੇ ਵੀ ਲੈ ਲੈਂਦੇ ਹੁੰਦੇ ਨੇ। ਬਸ ਗੱਲ ਜੁਗਤ ਦੀ ਹੈ ਸਾਰੀ। ਪਾਤਸ਼ਾਹ ਜੀ ਬੜੇ ਪ੍ਰੇਮ ਦੇ ਨਾਲ ਸਮਝਾਉਂਦੇ, ਕਹਿੰਦੇ ਕਿਸੇ ਨੂੰ ਉਹ ਦੱਸਦੇ ਅਸੀਂ ਨੇੜੇ ਆ, ਕਿਸੇ ਨੂੰ ਦੱਸਦੇ ਅਸੀਂ ਦੂਰ ਆ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਮਹਾਰਾਜ ਜੀ ਕਹਿੰਦੇ ਕਿਸੇ ਨੂੰ ਅਸੀਂ ਦੱਸਦੇ ਆ ਵੀ ਤੇਰੀ ਸਾਡੇ ਨਾਲ ਨੇੜਤਾ ਹੋਏਗੀ, ਕਿਸੇ ਨੂੰ ਅਸੀਂ ਦੱਸਦੇ ਤੇਰੀ ਸਾਡੇ ਤੋਂ ਦੂਰੀ ਹੋਏਗੀ। ਪਾਤਸ਼ਾਹ ਬੜੇ ਪ੍ਰੇਮ ਨਾਲ ਸਮਝਾਉਂਦੇ। ਮਹਾਰਾਜ ਜੀ ਕਹਿੰਦੇ ਉਪਾਵ ਸਿਆਣਪ ਸਗਲ ਤੇ ਰਹਿਤ। ਬੰਦਿਆਂ ਨੇ ਬੜਾ ਜ਼ੋਰ ਲਾਇਆ ਵਿਗਿਆਨ ਧਿਆਨ ਨਾਲ ਰੱਬ ਵਸ 'ਚ ਕਰ ਲਈਏ। ਪਰਮਾਤਮਾ ਕਹਿੰਦਾ ਨਹੀਂ। ਮਹਾਰਾਜ ਨੇ ਹਾਲਾਂਕਿ ਸ਼ੁਰੂਆਤ ਵਿੱਚ ਹੀ ਜਿੱਥੇ ਬੰਦਾ ਮੂਲ ਗਲਤੀ ਕਰਦਾ ਹੈ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੱਲ ਹੀ ਉੱਥੋਂ ਚੁੱਕੀ।
ਮਹਾਰਾਜ ਜੀ ਕਹਿੰਦੇ ਸਾਡੀ ਇੱਕ ਗੱਲ ਯਾਦ ਰੱਖੀ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ, ਸਭ ਕੁਝ ਦੱਸ ਕੇ ਕਹਿੰਦੇ ਭੁੱਲ ਨਾ ਜਾਈ ਗੁਰ ਪ੍ਰਸਾਦ। ਨਾਲ ਇੱਕ ਹੋਰ ਰਮਜ ਰੱਖਤੀ ਮਹਾਰਾਜ ਨੇ। ਮਹਾਰਾਜ ਜੀ ਕਹਿੰਦੇ ਜਪ ਤੋਂ ਬਿਨਾਂ ਗੱਲ ਨਹੀਂ ਖਾਨੇ 'ਚ ਪੈਣੀ, ਨਹੀਂ ਸਮਝ ਪੈਣੀ। ਜਿਹੜੇ ਪਿਆਰੇ ਬੰਦਗੀ ਨਹੀਂ ਨਾ ਕਰਦੇ, ਆਪਾਂ ਕਹਿ ਦਿੰਨੇ ਵੀ ਉਹ ਜੀ ਬੰਦਗੀ ਇੰਨੀ ਕਰਦਾ ਸੀ, ਉਹ ਬੇਈਮਾਨ ਹੋ ਗਿਆ। ਇਹ ਗੱਲ ਯਾਦ ਰੱਖਣਾ, ਸ਼ਾਇਦ ਉਹਦੇ ਮਨ 'ਚ ਖਿਆਲ ਹੀ ਇਹ ਚੱਲਦੇ ਹੋਣਗੇ ਰੱਬ ਨੇ ਉਹਦਾ ਫੁਰਨਾ ਸੱਚ ਕਰ ਦਿੱਤਾ। ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਗੁਰੂ ਕਰੇ ਸੀਸ ਝੁਕਾਉਣ ਵਾਲੇ ਬੰਦੇ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਮਹਾਰਾਜ ਜੀ ਦੀ ਕਿ ਪਰ ਕਾ ਬੁਰਾ ਨਾ ਰਾਖੋ ਚੀਤ। ਇਹ ਵਾਰਨਿੰਗ ਸੀ ਮੈਨੂੰ ਤੁਹਾਨੂੰ, ਇਹ ਵਾਰਨਿੰਗ ਆ ਮਹਾਰਾਜ ਦੀ। ਮਹਾਰਾਜ ਕਹਿੰਦੇ ਤੂੰ ਚਿੱਤ ਵਿੱਚ ਵੀ ਮਾੜਾ ਨਾ ਲੈ ਕੇ ਆਈ ਕਦੇ। ਮਹਾਰਾਜ ਜੀ ਕਿਉਂ? ਮਹਾਰਾਜ ਕਹਿੰਦੇ ਤੂੰ ਸਾਡੇ ਦਰ ਤੇ, ਸਾਨੂੰ ਇਹਦਾ ਮੁੱਲ ਪਾਉਣਾ ਪੈਣਾ ਹੈ। ਇਸੇ ਲਈ ਪਾਤਸ਼ਾਹ ਜੀ ਨੇ ਬਕਾਇਦਾ, ਬਹੁਤ ਲੋਕ ਹੁੰਦੇ ਨੇ ਮਾੜੇ ਜੀ ਮੂੰਹੋਂ ਗੱਲ ਨਿਕਲਦੀ ਰੱਬ ਸੱਚ ਕਰ ਦਿੰਦਾ ਆ, ਉਹਦਾ ਕਾਰਨ ਹੁੰਦਾ ਇੱਕ, ਇਹ ਬੜਾ ਬਰੀਕ ਕਾਰਨ ਹੈ ਇਹ। ਮਹਾਰਾਜ ਕਿਰਪਾ ਕਰਨ ਕਿਸੇ ਪਿਆਰੇ ਨੂੰ ਸਮਝ ਆ ਜਾਏ ਗੱਲ। ਮਹਾਰਾਜ ਜੀ ਕਹਿੰਦੇ ਤੂੰ ਹਰ ਵੇਲੇ ਜਦੋਂ ਮੰਗਣਾ ਚੰਗਾ ਹੀ ਮੰਗਣਾ ਆ, ਸਾਡੇ ਤੋਂ ਕੱਚੀ ਪੀਲੀ ਚੀਜ਼ ਨਾ ਮੰਗ ਲੈ। ਠੀਕ ਹੈ, ਨਾਮ ਜਪਣ ਦੇ ਨਾਮ ਉੱਪਰ ਸੈਂਕੜੇ ਲੋਕ ਮੇਰੇ ਵਰਗੇ ਬੇਈਮਾਨੀਆਂ ਕਰਦੇ ਹੈ, ਪਰ ਯਾਦ ਰੱਖਣਾ ਇਸ ਸੰਸਾਰ ਵਿੱਚ ਜਿਹੜਾ ਇੱਕ ਅੱਧਾ ਚੰਗਾ ਬੰਦਗੀ ਕਰਨ ਵਾਲਾ ਨਾ, ਉਹਨੂੰ ਜ਼ਰੂਰ ਸਮਝੋ। ਤੁਹਾਡੇ ਮੇਰੇ ਨਾਲ ਨਿਤ ਘਟਨਾਵਾਂ ਵਰਤਦੀਆਂ ਆ ਕਿ ਆਹ ਸਾਡਾ ਘਰ ਜੜਿਆ ਸੀ, ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰ ਤੇ ਆਏ, ਪਾਤਸ਼ਾਹ ਨੇ ਰਾਸ ਕਰ ਦਿੱਤਾ। ਸਾਡਾ ਆਹ ਕਾਰਜ ਅੜਿਆ ਸੀ, ਅਸੀਂ ਇੰਨੇ ਦਿਨ ਬਾਣੀ ਪੜ੍ਹੀ, ਮਹਾਰਾਜ ਨੇ ਰਾਸ ਕਰ ਦਿੱਤਾ। ਉਹ ਇਹਦਾ ਇੱਕੋ ਮਤਲਬ ਆ, ਉਹ ਭਲਿਆ ਕੋਈ ਦੂਜਾ ਗਲਤ ਹੋ ਸਕਦਾ, ਤੂੰ ਡਾਇਰੈਕਟ ਸਾਡੇ ਨਾਲ ਵਰਤ ਕੇ ਵੇਖ, ਅਸੀਂ ਤੇਰੀ ਪਿੱਠ ਨਹੀਂ ਲੱਗਣ ਦਿਆਂਗੇ, ਸਾਡਾ ਤੇਰੇ ਨਾਲ ਵਾਅਦਾ ਰਿਹਾ। ਇਸ ਲਈ ਪਾਤਸ਼ਾਹ ਜੀ ਨੇ ਕਿਹਾ ਸੀ, ਮਹਾਰਾਜ ਕਹਿੰਦੇ ਜਾ ਸਾਡੇ ਵੱਲੋਂ ਤੈਨੂੰ ਖੁੱਲੀ ਛੋਟ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗਣ ਸਾ ਮੇਟੇ ਦਇਆਲ ਪੁਰਖ ਬਖਸ਼ੰਦ। ਮਹਾਰਾਜ ਕਹਿੰਦੇ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਮਹਾਰਾਜ ਕਹਿੰਦੇ ਜਾ ਜੋ ਮੰਗੇਗਾ ਤੇਰੀ ਝੋਲੀ ਚ ਪਾ ਦਿਆਂਗੇ। ਇਸ ਲਈ ਸਾਡੇ ਲਈ ਖਾਸ ਵਾਰ ਨਹੀਂ, ਕਿਉਂਕਿ ਜੇ ਮੇਰੇ ਤੁਹਾਡੇ ਲਈ ਉਹ ਲਿਖੀ ਗਈ ਗੱਲ, ਬਹੁਤਾ ਬੋਲਣ ਚਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ। ਮਹਾਰਾਜ ਕਹਿੰਦੇ ਤੂੰ ਇਸ ਗੱਲ ਦੀ ਚਿੰਤਾ ਨਾ ਕਰ ਵੀ ਉਹ ਤੇਰੀ ਨਹੀਂ ਜਾਣਦਾ, ਤੇਰਾ ਧਿਆਨ ਕਿਸੇ ਹੋਰ ਪਾਸੇ ਹੋਣਾ ਚਾਹੀਦਾ। ਉਹ ਕਿਹੜੇ ਪਾਸੇ? ਜਪ ਵਾਲੇ ਪਾਸੇ। ਤੇ ਪਾਤਸ਼ਾਹ ਇੱਕ ਤਾਂ ਫਿਰ ਬੜਾ ਪਿਆਰਾ ਸਮਝਾਉਂਦੇ, ਮਹਾਰਾਜ ਨੇ ਸ਼ੁਰੂਆਤੀ ਗਲਤੀਆਂ ਬੰਦੇ ਦੀਆਂ ਪਰਤੱਖ ਕਰ ਦਿੱਤੀਆਂ। ਮਹਾਰਾਜ ਕਹਿੰਦੇ ਸੋਚੈ ਸੋਚ ਨਾ ਹੋਵੇ, ਚੁੱਪੈ ਚੁੱਪ ਨਾ ਹੋਵੇ, ਭੁੱਖਿਆਂ ਭੁੱਖ ਨਾ ਉਤਰੀ, ਸਹਿਸ ਸਿਆਣਪਾ ਲੱਖ ਹੋਵੇ, ਅਵ ਉਪਾਵ ਸਿਆਣਪ ਸਗਲ ਤੇ ਰਹਿਤ। ਜਿਹਨੂੰ ਮਹਾਰਾਜ ਇੱਥੇ ਕਹਿ ਰਹੇ, ਮਹਾਰਾਜ ਕਹਿੰਦੇ ਆਹ ਚੀਜ਼ਾਂ ਨਾਲ ਜੇ ਸਾਡਾ ਮੁੱਲ ਪਾਏਗਾ ਨਾ, ਅਸੀਂ ਤੈਨੂੰ ਨੇੜੇ ਨਹੀਂ ਢੁਕਣ ਦਿਆਂਗੇ ਆਪਣੇ। ਕੋਈ ਬੰਦਾ ਗੁਰੂ ਘਰ ਆਵੇ, ਉਹ ਆਖੇ ਜੀ ਬੈਡੀ ਵੱਡੀ ਗੱਡੀ ਤੇ ਆਇਆ ਆ, ਮਹਾਰਾਜ ਮੇਰੇ ਵਰਗੇ ਬੰਦੇ ਮੁਹਤਾਜ ਹੋ ਸਕਦੇ ਨੇ, ਦਿੱਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੇ ਹੈ। ਜਿਹੜੇ ਕਹਿੰਦੇ ਨਾ ਬੜੇ ਕਈ ਲੋਕ ਬੜਾ ਹਵਾ ਦੇ ਵਿੱਚ ਜੀ ਅਸੀਂ ਬੜੀ ਮਿਹਨਤ ਕੀਤੀ, ਜੀ ਅਸੀਂ ਬੜੀ ਮਿਹਨਤ ਕੀਤੀ। ਮਹਾਰਾਜ ਰੱਬ ਦੇ ਰੰਗਾਂ ਤੋਂ ਡਰਨਾ ਚਾਹੀਦਾ ਆ, ਉਹਦੇ ਰੰਗ ਬਹੁਤ ਨਿਆਰੇ ਨੇ। ਇੱਥੇ ਕਹਿੰਦੇ ਕਹਾਉਂਦੇ ਬੰਦਿਆਂ ਨੂੰ ਐਡਾ ਮਜਬੂਰ ਉਹ ਕਰ ਲੈਂਦਾ ਵੀ ਉਹ ਸੁਸਾਈਡ ਕਰ ਜਾਂਦੇ ਆ। ਕਹਿੰਦੇ ਕਹਾਉਂਦੇ, ਤੁਸੀਂ ਇੱਕ ਹੋਰ ਬੜੀ ਬਰੀਕੀ ਦੀ ਗੱਲ, ਬਹੁਤ ਬਜ਼ੁਰਗ ਘੱਟ ਹੁੰਦੇ ਨੇ, ਬਜ਼ੁਰਗ ਬੰਦਾ ਘੱਟ ਸੁਸਾਈਡ ਕਰਦਾ ਆ, ਯੰਗ ਬੰਦੇ ਬੜਾ ਕਰਦੇ ਆ। ਤੁਸੀਂ ਕਦੇ ਪੜਿਆ ਜੇ? ਉਹ ਕੋਈ ਵੀ ਕਾਰਨ ਹੋਵੇ, ਨੌਕਰੀ ਹੋਵੇ, ਕੋਈ ਆਪਸੀ ਪ੍ਰੇਮ ਪਿਆਰ, ਕੁਛ ਵੀ ਹੋਵੇ, ਤੇ ਯੰਗ ਬੰਦਾ ਤੇ ਬੜਾ ਸੋਲਿਡ ਹੁੰਦਾ ਆ, ਬੜਾ ਜਜ਼ਬੇ ਵਾਲਾ, ਬੜਾ ਜਜ਼ਬਾਤੀ ਹੁੰਦਾ ਉਹ ਤੇ, ਪਰ ਉਹ ਸੁਸਾਈਡ ਰੱਬ ਰੰਗ ਵਿਖਾਉਂਦਾ ਆ। ਮਾਰੇ ਵੱਡਿਆਂ ਵੱਡਿਆਂ ਨੂੰ ਡੇਗ ਲੈਂਦੇ, ਉਹ ਕਹਿੰਦੇ ਨਹੀਂ ਤੂੰ ਜਿੱਥੋਂ ਕਹਿਣਾ ਨਾ ਮੈਂ ਆ ਨਹੀਂ, ਮਾਰੇ ਕਹਿੰਦੇ ਹੀ ਕਰਾਂਗੇ ਹੀ ਉੱਥੋਂ। ਫਿਰ ਇਸੇ ਲਈ ਸਿੱਖਾਂ ਨੂੰ ਇਹ ਗੱਲ ਬਕਾਇਦਾ ਕਹੀ ਗਈ, ਸੱਜਣਾ ਯਾਦ ਰੱਖੀ, ਸਾਡੇ ਕੋਲ ਜਦੋਂ ਵੀ ਆਉਣਾ ਇੱਕ ਗੱਲ ਯਾਦ ਰੱਖੀ, ਅਸੀਂ ਉਹਨੂੰ ਪਿਆਰ ਕਰਦੇ ਹਾਂ ਜਿਹੜਾ ਸਾਡੇ ਕੋਲ ਨਿਮਰਤਾ ਨਾਲ ਆਏਗਾ। ਜਿਹੜਾ ਸਾਡੇ ਕੋਲ ਕੁਝ ਬਣ ਕੇ ਆ ਗਿਆ ਨਾ, ਅਸੀਂ ਉਹਨੂੰ ਕੁਝ ਬਣਾ ਕੇ ਹੀ ਤੋਰਾਂਗੇ। ਫਿਰ ਇਹ ਗੱਲ ਯਾਦ ਰੱਖਣਾ, ਜੇ ਕੋਈ ਬੰਦਾ ਮਹਾਰਾਜ ਕੋਲ ਕੁਝ ਬਣ ਕੇ ਹੁੰਦਾ ਨਾ, ਮਹਾਰਾਜ ਮੈਂ ਬੜਾ ਵੱਡਾ ਆ, ਮਹਾਰਾਜ ਕਹਿੰਦੇ ਜਾ ਸਿੱਖਾ ਤੈਨੂੰ ਬਹੁਤ ਵੱਡਾ ਕਰ ਦਾਂਗੇ, ਸਾਡੇ ਕੋਲ ਆਉਣ ਜੋਗਾ ਵੀ ਨਹੀਂ ਰਹੇਗਾ। ਤੇ ਸੈਂਕੜੇ ਲੋਕ ਨੇ ਤੁਹਾਡੇ ਬਹੁਤੇ ਲਿਹਾਜੀ ਹੋਣਗੇ, ਜਿਨ੍ਹਾਂ ਕੋਲ ਹੁਣ ਇੰਨਾ ਟਾਈਮ ਹੀ ਨਹੀਂ ਬਚਿਆ ਵੀ ਇੱਥੇ ਆਣ ਕੇ ਸੇਵਾ ਵੀ ਕਰ ਲੈਣਾ।
ਮਹਾਰਾਜ ਨੇ ਤੁਸੀਂ ਮੰਗਦੇ ਸੀ ਅਸੀਂ ਦੇ ਦਿੱਤਾ, ਜਾਓ। ਇਸ ਲਈ ਮਹਾਰਾਜ ਨੇ ਇੱਕ ਗੱਲ ਕਹੀ ਸੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ। ਮਹਾਰਾਜ ਕਹਿੰਦੇ ਜਿੱਥੇ ਨਿਮਰਤਾ ਉੱਗੇ ਉੱਥੇ ਅਸੀਂ ਆਪ ਹੋਵਾਂਗੇ। ਸਿੱਖ ਨਿਮਰਤਾ ਰੱਖੇ ਤੇ ਸਹੀ, ਦੁਨੀਆ ਮੁੱਲ ਪਾਵੇ ਨਾ ਪਾਵੇ, ਇੱਕੋ ਗੱਲ ਯਾਦ ਰੱਖਣਾ, ਜਿੱਦਣ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨਦਰ ਸਵੱਲੀ ਹੋ ਗਈ ਨਾ, ਮਹਾਰਾਜ ਰਾਹ ਤਾਂ ਵਿਚਾਰੇ ਨਾ ਫਲਾਂ ਦੀਆਂ ਟੋਕਰੀਆਂ ਲੈ ਕੇ ਆਲੇ ਦੁਆਲੇ ਹੋਇਆ ਕਰਨਗੇ। ਇਹ ਮਹਾਰਾਜ ਦੀ ਵਡਿਆਈ ਹੈ। ਸਾਹਿਬ ਕਹਿੰਦੇ ਹਰ ਕੀ ਵਡਿਆਈ ਦੇਖ ਹੋ ਸੰਤੋ, ਹਰ ਨਿਮਾਣਿਆ ਮਾਣ ਦੇਵਾਏ। ਤੁਹਾਡੇ ਚੋਂ ਕਈ ਹੋਣਗੇ ਕਿ ਕਿਸੇ ਸਾਧੂ ਕੋਲ ਕੇ ਬਾਬੇ ਕੋਲ ਜਾਂਦੇ, ਹਰ ਸਾਧੂ ਲਈ, ਹਰ ਬਾਬੇ ਲਈ ਲੋਕ ਇੱਕ ਗੱਲ ਬੜੀ ਕਾਮਨ ਵਰਤਦੇ ਆ ਜੀ, ਉਹ ਬੜੀ ਨਿਮਰਤਾ 'ਚ ਰਹਿੰਦੇ। ਆਪਾਂ ਸਾਰੇ ਇਹ ਕਾਮਨ ਸ਼ਬਦ ਵਰਤਦੇ ਉਹਨਾਂ ਲਈ ਜੀ, ਬੜੇ ਨਿਮਰਤਾ 'ਚ ਰਹਿੰਦੇ ਆ। ਤੇ ਤੁਸੀਂ ਰਹਿ ਲਓ, ਰੱਬ ਤੁਹਾਡਾ ਵੀ ਮੁੱਲ ਪਾ ਦੇਗਾ। ਜੇ ਉਹਨਾਂ, ਮੈਂ ਕਹਿੰਦਾ, ਉਹ ਲੱਖ ਪਖੰਡ ਕਰਦਾ ਹੋਵੇ, ਲੱਖ ਪਖੰਡ ਕਰਦਾ ਹੋਵੇ, ਉਹਦੇ ਪਖੰਡ ਦਾ ਮੁੱਲ ਰੱਬ ਪਵਾਈ ਜਾਂਦਾ ਆ। ਜੇ ਤੁਸੀਂ ਸੱਚੀ ਸੁੱਚੀ ਨਿਮਰਤਾ ਧਾਰਨ ਕਰੋਗੇ, ਰੱਬ ਤੁਹਾਡਾ ਮੁੱਲ ਨਹੀਂ ਪਵਾਏਗਾ। ਐਦਾਂ ਤੇ ਹੋ ਹੀ ਨਹੀਂ ਸਕਦਾ। ਮਹਾਰਾਜ ਜੀ ਕਹਿੰਦੇ ਇੱਕ ਤਿਲ ਨਹੀਂ ਭੰਨੈ ਕਾਲੇ। ਮਹਾਰਾਜ ਜੀ ਕਹਿੰਦੇ ਇਹ ਤਾਂ ਕਿਸੇ ਦੀ ਰੱਤੀ ਵੀ ਨਹੀਂ ਰੱਖਦੇ, ਅਸੀਂ ਤੇ ਸਾਰੀਆਂ ਦਾਤਾਂ ਦੇ ਕੇ ਉਹਨਾਂ ਨੂੰ ਨਵਾਜਦੇ ਆ। ਤੇ ਪਾਤਸ਼ਾਹ ਜੀ ਸਮਝਾਉਂਦੇ, ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ। ਮਹਾਰਾਜ ਕਹਿੰਦੇ ਅਸੀਂ ਅੰਦਰ ਦੀ ਸਾਰੀ ਜਾਣਦੇ ਹਾਂ, ਪ੍ਰਮਾਤਮਾ ਸਾਰਿਆਂ ਦੇ ਅੰਦਰ ਦੀ ਜਾਣਦਾ ਆ। ਫਿਰ ਸਮਝਾਉਂਦੇ, ਕਹਿੰਦੇ ਜਿਸ ਭਾਵੈ ਤਿਸ ਲੈ ਲੜ ਲਾਏ। ਜਿਸ ਦਿਨ ਕਿਸੇ ਸਿੱਖ ਨੂੰ ਇਹ ਗੱਲ ਸਮਝ ਪੈ ਗਈ ਨਾ, ਉਹ ਇਹ ਦਰ ਨਹੀਂ ਛੱਡ ਸਕੇਗਾ। ਕੱਲ ਹੀ ਆਪਾਂ ਉਦਘਾਟਨ ਕੀਤਾ ਗਿਆ ਜੀ, ਜ਼ਿਕਰ ਕਰ ਰਹੇ ਸਨ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦਾ। ਮੈਂ ਜਦੋਂ ਆਇਆ ਤੇ ਦੇਖ ਰਿਹਾ ਸੀ ਪਰਸੋਂ ਕਿ ਮਹਾਰਾਜ ਜੀ ਤੁਹਾਡੇ ਲਈ ਸਿੱਖ ਖੜੇ, ਉਹ ਪ੍ਰੇਮ ਚ ਰੰਗੇ, ਕਿੱਡੇ ਅਦਬ ਚ, ਕਿੱਡੇ ਪਿਆਰ ਚ, ਕਿੱਡੇ ਰੰਗ ਚ। ਮਹਾਰਾਜ ਕਹਿੰਦੇ ਜਾਓ, ਜਿੱਥੇ ਅਸੀਂ ਹੋਵਾਂਗੇ ਤੁਸੀਂ ਸਾਡੇ ਨਾਲ ਹੋਵੋਗੇ। ਕਈ ਬਾਹਰੋਂ ਆਇਆ ਨੂੰ ਤਾਂ ਨਹੀਂ ਪਤਾ ਹੁੰਦਾ, ਪਰ ਦਿੱਲੀ ਵਾਲੇ ਸਾਰੇ ਉੱਥੇ ਮੱਥਾ ਟੇਕ ਕੇ ਜਾਂਦੇ ਆ। ਤੇ ਯਾਦ ਰੱਖਣਾ, ਮਹਾਰਾਜ ਕਹਿੰਦੇ ਜਿਹੜਾ ਵੀ ਸਿੱਖ ਸਾਡੇ ਲਈ ਖੜ ਗਿਆ ਨਾ, ਅਸੀਂ ਉਹਦੇ ਲਈ ਖੜਾਂਗੇ। ਪਰ ਮੁੱਲ ਪਤਾ ਲੱਗੇ ਇਸ ਘਰ ਦਾ। ਸਾਡੀ ਕਮੀ ਇਹ ਹੈ ਕਿ ਸਾਨੂੰ ਆਪਣੇ ਪਾਤਸ਼ਾਹ ਬਾਰੇ ਹੀ ਨਹੀਂ ਪਤਾ। ਮਹਾਰਾਜ ਨੇ ਦੱਸਿਆ ਸੀ, ਕਹਿੰਦੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾ। ਉਹ ਕਹਿੰਦੇ ਉਹ ਦਾਤਿਆਂ ਦਾ ਦਾਤਾ ਆ, ਐਵੇਂ ਕਿਸੇ ਭਰਮ ਚ ਨਾ ਲੋਕਾਂ ਪਿੱਛੇ ਨਾ ਲੱਗ ਜਾਏ। ਮਹਾਰਾਜ ਕਹਿੰਦੇ ਸਤਿਗੁਰ ਵੱਡਾ ਕਰ ਸਾਲਾਹੀ ਹੈ। ਮਹਾਰਾਜ ਕਹਿੰਦੇ ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੇ ਤਾਏ। ਉਹ ਤੂੰ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਬਹਿ ਕੇ ਵੀ ਹਲੇ ਵੀ ਤੇਰੇ 'ਚ ਸ਼ੰਕਾ ਹੋਵੇ, ਤੇ ਮੈਨੂੰ ਤੇਰੇ ਤੇ ਸ਼ੰਕਾ ਹੈ ਕਿ ਤੂੰ ਸਤਿਗੁਰੂ ਕੋਲ ਆਇਆ ਵੀ ਹੈ ਕਿ ਨਹੀਂ ਆਇਆ। ਜੇ ਤੈਨੂੰ ਹਲੇ ਪਾਤਸ਼ਾਹ ਤੇ ਯਕੀਨ ਨਹੀਂ ਬਣਿਆ, ਇਹ ਤੇ ਬੜੀ ਮਾੜੀ ਗੱਲ ਹੈ ਨਾ ਤੇਰੇ ਵਾਸਤੇ, ਚੰਗੀ ਨਹੀਂ ਗੀ। ਕੋਈ ਬੰਦਾ ਆਖੇ ਜੀ ਮੈਨੂੰ ਬੜੀ ਚਿੰਤਾ ਆ ਪਰ ਮੇਰਾ ਮਹਾਰਾਜ ਨਾਲ ਬੜਾ ਪਿਆਰ ਹੈ, ਇਹ ਦੋ ਗੱਲਾਂ ਇਕੱਠੀਆਂ ਨਹੀਂ ਨਾ ਹੋ ਸਕਦੀਆਂ। ਜੇ ਚਿੰਤਾ ਆ ਤੇ ਫਿਰ ਪਿਆਰ ਨਹੀਂ ਗਾ, ਤੇ ਜੇ ਪਿਆਰ ਆ ਫਿਰ ਚਿੰਤਾ ਨਹੀਂ ਹੋ ਸਕਦੀ। ਜਿਸ ਦਿਨ ਕਿਸੇ ਪਿਆਰੇ ਨੂੰ ਇਹ ਗੱਲ ਸਮਝ ਆ ਜਾਂਦੀ ਹੈ, ਮਹਾਰਾਜ ਜੀ ਉਦਣ ਕਹਿੰਦੇ ਨੇ, ਕਹਿੰਦੇ ਜਿਸ ਭਾਵੈ ਤਿਸ ਲੈ ਲੜ ਲਾਏ। ਜਿਹਨੂੰ ਉਹ ਚਾਹੁੰਦੇ ਲੜ ਲਾ ਲੈਂਦੇ, ਥਾਨ ਥਨੰਤਰ ਰਹਿਆ ਸਮਾਏ। ਫਿਰ ਜਿਹਨੂੰ ਲੜ ਲਾਉਂਦੇ ਉਹਨੂੰ ਵਿਖਾਉਂਦੇ ਅਸੀਂ ਸਾਰੀਆਂ ਥਾਵਾਂ ਤੇ ਹੀ ਹਾਂ। ਜਿਹਨੂੰ ਲੜ ਨਹੀਂ ਲਾਉਂਦੇ ਉਹ ਕਹਿੰਦਾ ਜੀ ਹਿੰਦੂ ਮਾੜੇ, ਸਿੱਖ ਮਾੜੇ, ਬੋਧੀ ਮਾੜੇ, ਜੈਨੀ ਮਾੜੇ। ਆ ਜਿਹੜੇ ਲੜਦੇ ਪਏ ਇੱਕ ਦੂਜੇ ਦਾ ਸਿਰ ਪਾੜਦੇ, ਇਹਨਾਂ ਨੂੰ ਹਲੇ ਲੜ ਹੀ ਨਹੀਂ ਲਾਇਆ। ਇਹ ਲੱਖ ਬਾਣੇ ਪਾਈ ਫਿਰਨ, ਲੱਖ ਮਤਲਬ ਇਹ ਧਰਮ ਦੇ ਨਾਮ ਤੇ ਜਕਾਰੇ ਛੱਡਦੇ ਫਿਰਨ, ਲਲਕਾਰੇ ਮਾਰਦੇ ਫਿਰਨ। ਇੱਕੋ ਗੱਲ ਯਾਦ ਰੱਖਿਆ ਜੇ, ਇਹਨਾਂ ਨੂੰ ਹਾਲੇ ਲੜ ਨਹੀਂ ਲਾਇਆ। ਜੇ ਲੜ ਲਾਇਆ ਹੁੰਦਾ ਥਾਣ ਥਨੰਤਰ ਰਹਿਆ ਸਮਾਏ ਦਿਸ ਜਾਣਾ ਸੀਗਾ। ਜੇ ਨਹੀਂ ਦਿਸਿਆ ਤੇ ਇਹਦਾ ਮਤਲਬ ਲੜ ਨਹੀਂ ਲਾਇਆ। ਮਹਾਰਾਜ ਜੀ ਸਮਝਾਉਂਦੇ, ਸੋ ਸੇਵਕ ਜਿਸ ਕਿਰਪਾ ਕਰੀ। ਮਹਾਰਾਜ ਜੀ ਕਹਿੰਦੇ ਸਾਡਾ ਉਹੀ ਸੇਵਕ ਆ ਜਿਹਦੇ ਤੇ ਅਸੀਂ ਤਰਸ ਕਰ ਦਈਏ। ਤੇ ਮਹਾਰਾਜ ਜੀ ਜਦੋਂ ਤੁਸੀਂ ਕਿਸੇ ਤੇ ਤਰਸ ਕਰਦੇ ਹੋ ਫਿਰ ਕੀ ਦਿੰਦੇ ਹੋ ਸਿੱਖ ਨੂੰ? ਮਹਾਰਾਜ ਜੀ ਕਹਿੰਦੇ ਨਿਮਖ ਨਿਮਖ ਜਪ ਨਾਨਕ ਹਰੀ। ਮਹਾਰਾਜ ਜੀ ਕਹਿੰਦੇ ਅਸੀਂ ਉਹਨੂੰ ਬੰਦਗੀ ਕਰਨ ਲਾ ਲੈਂਦੇ ਹਾਂ। ਸੋ ਇਹਦਾ ਮਤਲਬ ਇੱਕ ਪ੍ਰਤੱਖ ਹੋ ਗਿਆ, ਜੇ ਮੈਨੂੰ ਤੁਹਾਨੂੰ ਹਲੇ ਬੰਦਗੀ ਕਰਨ ਦਾ ਸਮਾਂ ਨਹੀਂ, ਰੱਬ ਸਾਡੀ ਵਿਧ ਨਹੀਂ ਬਣਾ ਰਿਹਾ, ਇਹਦਾ ਮਤਲਬ ਹਾਲੇ ਉਹਦੇ ਪਾਉਣ 'ਚ ਕਮੀ ਹੈ ਸਾਡੇ 'ਚ ਹੈ। ਤੇ ਉਹਨਾਂ ਨੇ ਬਕਾਇਦਾ ਕਿਹਾ ਤਉ ਪਾਵਨ ਤੋਂ ਜਿਹੀਆਂ। ਸਾਨੂੰ ਤੇ ਸਾਡੇ ਵਰਗੇ ਮਹਾਰਾਜ ਕਹਿੰਦੇ ਚੰਗੇ ਲੱਗਦੇ ਆ,
ਫਿੱਕਾ ਨਹੀਂ ਸਾਨੂੰ ਪਾਉਂਦਾ। ਸਤਿਗੁਰੂ ਤਰਸ ਕਰਨ। ਮਹਾਰਾਜ ਜੀ ਨੇ ਆਪਣੇ ਦਰ ਘਰ ਦੀ ਸੇਵਾ ਲਈ ਤੁਸੀਂ ਸਾਰਿਆਂ ਨੇ ਪਿਆਰ ਕੀਤਾ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ੁਕਰ ਹੈ, ਮਹਾਰਾਜ ਜੀ ਨੇ ਆਪਣੇ ਦਰ ਦੀ ਸੇਵਾ ਬਖਸ਼ੀ। ਬੜਾ ਔਖਾ ਲੱਗਦਾ ਇੱਥੇ ਬੈਠ ਕੇ ਕਥਾ ਕਰਨੀ, ਕਿਉਂਕਿ ਅੰਦਰ ਇਹ ਗੱਲ ਬਿਠਾ ਲਈ, ਮਹਾਰਾਜ ਨੇ ਬਿਠਾ ਦਿੱਤੀ। ਯਾਦ ਰੱਖੀ ਗਿਆਨੀ, ਇੱਥੇ ਤੇਰੇ ਬਾਪੂ ਦਾ ਸੀਸ ਲੱਥਾ ਸੀਗਾ, ਭੁੱਲ ਨਾ ਜਾਈ। ਬਹੁਤ ਡਰ ਲੱਗਦਾ ਇਸ ਸਥਾਨ ਤੇ ਬੈਠ ਕੇ ਕਥਾ ਕਰ, ਬਹੁਤ ਡਰ ਲੱਗਦਾ ਆ। ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਰਸ ਕਰਨ, ਰੱਖ ਲੈਣ ਆਪਣੇ ਦਰ ਤੇ। ਆਪ ਸਿੱਖ ਸੰਗਤਾਂ ਨੇ ਬੜਾ ਪਿਆਰ ਦਿੱਤਾ, ਅਸੀਸਾਂ ਦਿੱਤੀਆਂ। ਇੱਕ ਦੁਆ ਕਰਿਆ ਜੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖ ਨੂੰ ਆਪਣੇ ਕੋਲੋਂ ਸਿੱਖੀ ਦੀ ਦਾਤ ਬਖਸ਼, ਪ੍ਰੇਮ ਦੀ ਦਾਤ, ਨਿਮਰਤਾ ਦੀ ਦਾਤ, ਹਲੀਮੀ ਦੀ ਦਾਤ ਬਖਸ਼, ਤਾਂ ਅਸੀਂ ਤੇਰੇ ਵਰਗੇ ਬਣ ਕੇ ਤੈਨੂੰ ਪਾ ਸਕੀਏ। ਸਤਿਗੁਰ ਤਰਸ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।